ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਧਰ ਜਿਅਰੇ ਇੱਕ ਟੇਕ ਤੂੰ, ਲਾਹਾ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਗੌੜੀ ਭੀ ਸੋਰਠ ਭੀ, ਰੇ ਜੀ ਨਿਲਾਜ ਲਾਜ ਤੋਏ ਨਾਹੀ। ਹਰ ਤਜ ਕਤ ਕਾਹੂੰ ਕੇ ਜਾਹੀ, ਰੇ ਜੀ ਨਿਲਾਜ ਲਾਜ ਤੋਏ ਨਾਹੀ। ਹਰ ਤਜ ਕਤ ਕਾਹੂੰ ਕੇ ਜਾਹੀ। ਜਾਂ ਕੋ ਠਾਕੁਰ ਊਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਹੀ। ਸੋ ਸਾਹਿਬ ਰਹਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਕਵਲਾ ਚਰਨਾ ਸ਼ਰਨ ਹੈ ਜਾਕੇ, ਕਹੋ ਜਾਨਾ ਕਾ ਨਾਹੀ ਘਰ ਤਾਕੇ। ਸਭ ਕੋ ਕਹੈ ਜਸ ਕੀ ਬਾਤਾ, ਸੋ ਸਮਰੱਥ ਨਿਜ ਪਤ ਹੈ ਦਾਤਾ। ਕਹੈ ਕਬੀਰ ਪੂਰਨ ਜਗ ਸੋਈ, ਜਾਂ ਕੈ ਹਿਰਦੈ ਅਵਰ ਨ ਹੋਈ। ਕਹੈ ਕਬੀਰ ਪੂਰਨ ਜਗ ਸੋਈ, ਜਾਂ ਕੈ ਹਿਰਦੈ ਅਵਰ ਨ ਹੋਈ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਆਖਰੀ ਦੀਵਾਨ ਵਿੱਚ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਿੱਖ ਕੌਮ ਦੇ ਮਹਾਨ ਜਰਨੈਲ, ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹਨਾਂ ਦੋ ਗੁਰਮਤਿ ਸਮਾਗਮਾਂ ਦੇ ਦੂਸਰੇ ਦੀਵਾਨ ਦੀ ਆਪਾਂ ਸਾਰੇ ਬੜੇ ਪਿਆਰ ਨਾਲ ਹਾਜ਼ਰੀ ਭਰ ਰਹੇ ਹਾਂ। ਸ਼ਾਮਾਂ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਜਿੱਥੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਵਿਚਾਰਾਂ ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤੀਆਂ ਨੇ।
ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਬੜੇ ਟਿਕਾਅ ਵਿੱਚ ਬੈਠ ਕੇ ਸਰਵਣ ਕੀਤਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ, ਵੇਖੋ ਪ੍ਰਬੰਧਕ ਵੀਰਾਂ ਨੇ ਸੰਗਤ ਦੇ ਸਹਿਯੋਗ ਨਾਲ ਕਿੰਨਾ ਸੋਹਣਾ ਉਪਰਾਲਾ ਕੀਤਾ ਹੈ, ਪੰਡਾਲ ਲੱਗਾ ਹੈ, ਕਿੰਨਾ ਸੋਹਣਾ ਸਾਊਂਡ ਹੈ, ਤੁਸੀਂ ਕਿੰਨੇ ਸੋਹਣੇ ਜਾਬਤੇ ਨਾਲ ਬੈਠੇ ਹੋ, ਪਰ ਫਿਰ ਵੀ ਪਿੱਛੋਂ ਆਵਾਜ਼ ਆ ਰਹੀ ਹੈ। ਜੇ ਅਸੀਂ ਇੰਨੀ ਮਿਹਨਤ ਨਾਲ ਗੁਰੂ ਦੀ ਗੋਦ ਵਿੱਚ ਆਣ ਕੇ ਬਹਿ ਹੀ ਗਏ ਹਾਂ ਤੇ ਸਾਡਾ ਫਰਜ਼ ਬਣਦਾ ਹੈ ਇੱਥੇ ਬੜੇ ਟਿਕਾਅ ਨਾਲ ਜਾ ਕੇ ਜਦੋਂ ਅਸੀਂ ਇੱਥੋਂ ਘਰ ਨੂੰ ਜਾਈਏ, ਜਿਹੜੇ ਜੀ ਘਰ ਰਹਿ ਗਏ ਨੇ ਉਹ ਸਾਨੂੰ ਪੁੱਛਣ ਵੀ ਕੀ ਸੁਣ ਕੇ ਆਏ ਹੋ, ਤੇ ਸਾਨੂੰ ਇੱਥੋਂ ਦੀਆਂ ਸਿੱਖਿਆਵਾਂ ਉਪਦੇਸ਼ ਜੇ ਘਰ ਤੱਕ ਚੇਤੇ ਰਹਿਣ ਤਾਂ ਸਾਡਾ ਇੱਥੇ ਬੈਠਣਾ ਸਫਲ ਹੈ। ਅਸੀਂ ਘਰ ਜਾਈਏ, ਸਾਨੂੰ ਜਿਹੜੇ ਜੀ ਘਰ ਬੈਠੇ ਨੇ ਉਹ ਪੁੱਛਣ ਕੀ ਸੁਣ ਕੇ ਆਏ ਹੋ, ਕੀ ਸ਼ਬਦ ਸੁਣਿਆ ਹੈ, ਕੀ ਸਾਖੀ ਸੁਣੀ ਹੈ, ਤੁਸੀਂ ਉਹ ਤੋਂ ਸਿੱਖਿਆ ਕੀ ਲਈ। ਜੇ ਮੈਨੂੰ ਸਿਰਫ ਲੰਗਰ ਚੇਤਾ ਰਹਿ ਗਿਆ, ਦਾਲ ਪ੍ਰਸ਼ਾਦੇ ਚੇਤੇ ਰਹਿ ਗਏ, ਖੀਰਾਂ ਚੇਤੇ ਰਹਿ ਗਈਆਂ, ਤੇ ਘਰ ਤੱਕ ਮੈਂ ਗੁਰੂ ਦੀ ਸਿੱਖਿਆ ਨਾ ਲੈ ਕੇ ਗਿਆ, ਤੇ ਮਾਫ ਕਰਨਾ ਇੱਥੇ ਭਾਵੇਂ ਮੈਂ 3 ਘੰਟੇ ਬਵਾਂ, ਭਾਵੇਂ 4 ਘੰਟੇ ਬਵਾਂ, ਕੀ ਲਾਭ ਹੋਇਆ ਉਹਦਾ। ਬੱਚਾ ਸਕੂਲ ਜਾਂਦਾ ਹੈ, ਉਹਨੂੰ ਘਰ ਆਏ ਨੂੰ ਆਪਾਂ ਪੁੱਛਦੇ ਆ ਮੇਰਾ ਪੁੱਤ ਕੀ ਪੜ੍ਹ ਕੇ ਆਇਆ, ਮੇਰੀ ਧੀ ਕੀ ਪੜ੍ਹ ਕੇ ਆਈ ਹੈ। ਸਾਡਾ ਇਹ ਸਿੱਖੀ ਦਾ ਸਕੂਲ ਹੈ ਜਿੱਥੋਂ ਦੇ ਉਸਤਾਦ ਪ੍ਰਿੰਸੀਪਲ ਸਾਡੇ ਟੀਚਰ ਧੰਨ ਸ੍ਰੀ ਗੁਰੂ, ਸਾਰੇ ਗੱਜ ਕੇ ਬੋਲੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਆਪਣੇ ਉਸਤਾਦ, ਆਪਣੇ ਟੀਚਰ, ਆਪਣੇ ਗੁਰੂ ਕੋਲੋਂ ਕੁਝ ਸਿੱਖਣ ਵਾਸਤੇ ਸਾਰੇ ਸਟੂਡੈਂਟ ਵਿਦਿਆਰਥੀ ਬਣ ਕੇ ਬੈਠੇ ਆ। ਤਾਂ ਸਾਡਾ ਫਰਜ਼ ਬਣਦਾ ਬੜੇ ਟਿਕਾਅ ਨਾਲ, ਜਿਹੜਾ ਤੁਹਾਡੇ ਲਾਗੇ ਗੱਲ ਕਰਦਾ ਬਿਨਾਂ ਬੋਲਣ ਤੋਂ ਉਹਦੇ ਗਾੜੀ ਹੱਥ ਜੋੜ ਦਿਓ ਵੀ ਮੈਨੂੰ ਸੁਣ ਲੈਣ ਦਿਓ ਭਾਈ। ਤੋ ਇਸ ਕਰਕੇ ਹੱਥ ਜੋੜ ਕੇ ਬੇਨਤੀ, ਜਿਹੜੇ ਬਾਹਰ ਵੀ ਵੀਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਘੁੰਮਣ ਇਧਰ ਉਧਰ ਜਾਣ ਦੀ ਬਜਾਏ ਆਣ ਕੇ ਗੁਰੂ ਦੀ ਗੋਦ ਵਿੱਚ, ਗੁਰੂ ਦੇ ਪੰਡਾਲ ਵਿੱਚ ਬੈਠੀਏ, ਕਿਉਂਕਿ ਇਹ ਮੇਲਾ ਥੋੜਾ ਤੇ ਗੁਰਮਤਿ ਸਮਾਗਮ ਹੈ। ਜੇ ਇੰਨੀ ਮਿਹਨਤ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਆ ਤਾਂ ਸਾਡਾ ਫਰਜ਼ ਬਣਦਾ ਸੀ ਕੁਝ ਆਣ ਕੇ ਸੁਣੀਏ, ਕੁਝ ਵਿਚਾਰਾਂ, ਕੁਝ ਗ੍ਰਹਿਣ ਕਰੀਏ ਵੀ ਗੁਰੂ ਨੇ ਕਿਹਾ ਕੀ ਹੈ ਸਾਨੂੰ। ਇੱਕ ਸਕੂਲ ਵਿੱਚ 500 ਬੱਚਾ ਹੁੰਦਾ ਹੈ, 400 ਬੱਚਾ ਹੁੰਦਾ, ਪਰ ਜਦੋਂ ਕਲਾਸਾਂ ਲੱਗੀਆਂ ਹੁੰਦੀਆਂ ਨੇ ਇੰਜ ਲੱਗਦਾ ਜਿਵੇਂ ਸਕੂਲ ਵਿੱਚ ਬੱਚਾ ਹੀ ਕੋਈ ਨਹੀਂ। ਅਜੇ ਅਸੀਂ ਕਹਿੰਦੇ ਆ ਬੱਚੇ ਚੰਚਲ ਹੁੰਦੇ ਨੇ, ਬੱਚੇ ਸ਼ਰਾਰਤੀ ਹੁੰਦੇ ਨੇ, ਮੈਂ ਕਹਿੰਦਾ ਉਹ ਕਿੰਨੇ ਟੀਚਰ ਲਿਆਕਤ ਵਾਲੇ ਹੁੰਦੇ ਨੇ ਜਿਹੜੇ 8-8, 9-9 ਸਾਲ, 5-5 ਸਾਲ, 4-4 ਸਾਲ ਦੇ ਬੱਚਿਆਂ ਨੂੰ ਵੀ ਜਾਬਤੇ ਵਿੱਚ ਬਿਠਾ ਕੇ ਉਹਨਾਂ ਨੂੰ ਕੁਝ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਨੇ। ਵੱਡਿਆਂ ਬੱਚਿਆਂ ਨਾਲੋਂ ਜਿਹੜੇ ਤੁਹਾਡੇ ਜੋ ਟੀਚਰ ਲੈਣ ਦੇ ਵੀਰ ਬੈਠੇ ਹੋਣ, ਛੋਟਿਆਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਔਖਾ ਹੁੰਦਾ, ਕਿਉਂਕਿ ਉਹਨਾਂ ਨੂੰ ਨਾਲ ਚੁੱਪ ਵੀ ਕਰਾਉਣਾ ਪੈਣਾ ਹੈ। ਤੇ ਬਾਣੀ 'ਚ ਲਿਖਿਆ ਹੈ, ਚੰਚਲ ਮਤ ਬਾਰਕ ਬਪਰੇ ਕੀ ਸਰਫ ਅਗਨ ਕਰ ਮੇਲੇ। ਤੇ ਜੇ ਕੋਈ ਸਾਨੂੰ ਵੇਖ ਲਵੇ ਕਿ ਆਪਾਂ ਤੇ ਵੱਡੇ ਆ, ਆਪਾਂ ਕਿਉਂ ਗੱਲਾਂ ਬਾਤਾਂ ਕਰਦੇ ਆ। 3 ਗੱਲਾਂ ਚੇਤੇ ਰੱਖਿਓ। ਸ਼ਬਦ ਪੜਿਆ ਆਪਾਂ ਭਗਤ ਕਬੀਰ ਜੀ ਦਾ, ਰਾਗ ਹੈ ਗੌੜੀ ਸੋਰਠ, ਜਿਹੜੇ ਤੁਹਾਡੇ ਜੋ ਬਾਣੀ ਪੜ੍ਹਦੇ ਨੇ, ਜਿਹੜੇ ਬਾਣੀ ਨੂੰ ਸਮਝਦੇ ਨੇ, ਸਹਿਜ ਪਾਠ ਕਰਦੇ ਨੂੰ ਪਤਾ ਹੋਏਗਾ। ਇੱਥੇ ਮੈਂ 2 ਸ਼ਬਦ ਬੋਲੇ, ਗੌੜੀ ਪੀ, ਸੋਰਠ ਪੀ, ਇਹ ਮਿਸ਼ਰਤ ਰਾਗ ਹੈ। ਗੁਰਬਾਣੀ ਵਿੱਚ ਕਈ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਕੱਲਾ ਆਉਂਦਾ, ਸੂਹੀ ਰਾਗ, ਜੈਸਰੀ, ਧਨਾਸਰੀ, ਉਹ ਕੱਲਾ ਰਾਗ। ਇੱਥੇ ਇਹ ਮਿਸ਼ਰਤ ਰਾਗ ਹੈ, ਜਿਵੇਂ ਗੌੜੀ ਪੀ, ਸੋਠ ਪੀ, ਜਿਹੜੇ ਤੁਹਾਡੇ ਜੋ ਬਾਣੀ ਸਮਝ ਕੇ ਪੜ੍ਹਨ ਵਾਲੇ ਸਰੋਤੇ ਬੈਠੇ ਨੇ। ਪਰ ਸਾਡੀ ਸਮੱਸਿਆ ਇਹ ਹੈ ਕਿ ਅੱਜ ਬਹੁਤ ਘੱਟ ਸਰੋਤਾ ਹੈ ਜਿਹੜਾ ਰੁਮਾਲਾ ਚੁੱਕ ਕੇ ਆਪ ਗੁਰਬਾਣੀ ਪੜ੍ਹਦਾ। ਅਸੀਂ ਤਾਂ ਪਾਠ ਰਖਾਉਨੇ ਆ, 48-50 ਘੰਟੇ ਸਾਡੇ ਘਰ ਗ੍ਰੰਥੀ ਸਿੰਘ ਪਾਠ ਕਰਦੇ ਨੇ, ਅਸੀਂ 48-50 ਮਿੰਟ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਸੁਣਨ ਨੂੰ ਤਿਆਰ ਨਹੀਂ ਹਾਂ। ਕਿੱਥੋਂ ਪਤਾ ਲੱਗੇਗਾ ਕਿ ਐਡਾ ਜਿਸ ਮਹਾਨ ਯੋਧੇ ਦਾ ਦਿਨ ਮਨਾ ਰਹੇ ਹੋ, ਪਤਾ ਨਹੀਂ ਕਿੰਨੇ ਸਰੂਪ ਉਹਨਾਂ ਨੇ ਆਪਣੇ ਹੱਥੀਂ ਲਿਖੇ ਨੇ, ਜਿਨ੍ਹਾਂ ਨੂੰ ਅਸੀਂ ਦਮਦਮਾ ਸਾਹਿਬ ਦੀ ਬੀੜ ਕਹਿੰਦੇ ਆ। ਉਹ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਸਰੂਪਾਂ ਦੇ ਉਤਾਰੇ ਕੀਤੇ, ਹੱਥੀਂ ਲਿਖੇ। ਅੱਜ ਤਾਂ ਸਾਡੇ ਕੋਲ ਲਿਖੇ ਪਏ ਨੇ, ਅਸੀਂ ਪੜ੍ਹਨ ਨੂੰ ਤਿਆਰ ਨਹੀਂ।
ਸਾਡੇ ਸਰਾਣੇ ਪਿਆ ਭੋਜਨ ਅਸੀਂ ਛਕਣ ਨੂੰ ਤਿਆਰ ਨਹੀਂ, ਤਾਂ ਹੀ ਅਸੀਂ ਦਰ ਦਰ ਦੀ ਖਾਕ ਛਾਣਦੇ ਫਿਰਦੇ ਹਾਂ। ਜਿੱਦਣ ਅਸੀਂ ਗੁਰਬਾਣੀ ਆਪ ਪੜ੍ਹ ਲਈ, ਸਾਡਾ ਮਨੋਬਲ ਇੰਨਾ ਉੱਚਾ ਹੋ ਜਾਏਗਾ ਕਿ ਭਾਵੇਂ ਅਸੀਂ ਸਧਾਰਨ ਕਿਰਤ ਕਰਕੇ ਵੀ ਆਪਣੇ ਬੱਚੇ ਪਾਲਾਂਗੇ, ਪਰ ਅਸੀਂ ਆਪਣਾ ਸਿਰ ਆਪਣੇ ਗੁਰੂ ਤੋਂ ਸਿਵਾਏ ਕਿਸੇ ਹੋਰ ਅੱਗੇ, ਉੱਚੀ ਬੋਲੋ ਜੀ, ਨਹੀਂ ਝੁਕਾਵਾਂਗੇ। ਆਓ ਰਾਗ ਸੋਰਠ ਤੇ ਗੌੜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਕ 330 ਸ਼ਬਦ ਹੈ ਭਗਤ ਕਬੀਰ ਜੀ ਦਾ। ਇਹ ਤਿੰਨ ਗੱਲਾਂ ਚੇਤੇ ਰੱਖਿਓ। ਜਦੋਂ ਤੁਹਾਨੂੰ ਕੋਈ ਘਰ ਪੁੱਛੇ, ਸਵੇਰੇ ਪੁੱਛੇ ਕਿਹੜੇ ਸ਼ਬਦ ਦੀ ਵਿਚਾਰ ਹੋਈ, ਇਹਨਾਂ ਤਿੰਨਾਂ ਗੱਲਾਂ ਚੋਂ ਇੱਕ ਅੱਧੀ ਗੱਲ ਵੀ ਚੇਤੇ ਰਹਿ ਗਈ ਤੇ ਦੱਸਣ ਜੋਗੇ ਹੋ ਜਾਵਾਂਗੇ। ਜਿਵੇਂ ਬੱਚਾ ਘਰ ਆਵੇ ਤੇ ਆਪਾਂ ਪੁੱਛਦੇ ਹਾਂ, ਜਿੱਦਣ ਸਾਨੂੰ ਘਰ ਬੈਠੇ ਨੇ ਪੁੱਛਿਆ ਅੱਜ ਮੁੱਖਵਾ ਕਿਹੜਾ ਹੈ, ਤੁਸੀਂ ਗੁਰਦੁਆਰੇ ਗਏ ਸੀ, ਸਵੇਰੇ ਹੁਕਮਨਾਮਾ ਕਿਹੜਾ ਹੈ, ਕਿਹੜੇ ਗੁਰੂ ਦਾ ਹੈ, ਰਾਗ ਕਿਹੜਾ ਹੈ, ਗੁਰੂ ਸਾਹਿਬ ਉਸ ਸ਼ਬਦ ਵਿੱਚ ਸਾਨੂੰ ਸਿੱਖਿਆ ਕੀ ਦਿੰਦੇ ਨੇ। ਜਦੋਂ ਇਹਨਾਂ ਗੱਲਾਂ ਵੱਲ ਧਿਆਨ ਆ ਗਿਆ, ਫਿਰ ਨਜ਼ਾਰਾ ਆਏਗਾ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਸਾਰੇ ਬੋਲੋ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ। ਹੁਣ ਮੰਨਾਂਗੇ ਤਾਂ ਜੇ ਮੈਨੂੰ ਪਤਾ ਹੋਊ ਵੀ ਮੰਨਣਾ ਕੀ ਹੈ। ਮੰਨਣ ਤੋਂ ਪਹਿਲਾਂ ਪਤਾ ਕਰਨਾ ਪੈਣਾ ਵੀ ਮੈਂ ਮੰਨਣਾ ਕੀ ਹੈ। ਮੰਨਣ ਤੋਂ ਪਹਿਲਾਂ ਸੁਣਨਾ ਪੈਣਾ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਬੁਲੰਦ ਆਵਾਜ਼ ਵਿੱਚ ਗੱਜ ਕੇ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰ ਸਾਰੇ ਜਾਣੇ ਮਨ ਦੇ ਟਿਕਾ ਲਈ ਬਾਣੀ ਦੀਆਂ ਤੁਕਾਂ ਦਾ ਪਾਠ ਕਰੋ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਜਿੰਨਾ ਇਕੱਠ ਹੈ ਨਾ ਉਨੀ ਆਵਾਜ਼ ਨਹੀਂ ਆ ਰਹੀ। ਮੈਂ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਸੰਗਤ ਵੱਲ ਘੁਮਾਓ। ਜਦੋਂ ਮੈਂ ਬਾਣੀ ਪੜਾਂ, ਜਿਹਦਾ ਮੂੰਹ ਘੱਟ ਢਿੱਲੇ ਉੱਥੇ 30 ਸਕਿੰਟ ਰੋਕ ਕੇ ਰੱਖਿਓ। ਜਦੋਂ ਬਾਅਦ ਚੋਂ ਮੂਵੀ ਵੇਖੇ ਇੰਟਰਨੈਟ ਤੇ ਪਈ ਜਾਂ ਲਾਈਵ ਰਿਸ਼ਤੇਦਾਰ ਵੇਖਣ, ਉਹ ਕਹਿਣ ਵੀ ਜਦੋਂ ਸਾਰੇ ਬਾਣੀ ਪੜ੍ਹਦੇ ਸੀ ਭਾਈ ਤੈਨੂੰ ਬਾਣੀ ਕੌੜੀ ਲੱਗਦੀ ਸੀ। ਆ ਵਿਆਹਾਂ ਸ਼ਾਦੀਆਂ ਤੇ ਵੇਖਿਆ ਮੂਵੀ ਵਾਲੇ, ਉਹ ਜਦੋਂ ਕੋਈ ਚਾਹ ਪਾਣੀ ਪੀਂਦਾ ਉਹ ਤੇ ਆਣ ਕੇ ਖਿਲਾਰ ਲੈਂਦੇ ਨੇ ਵੀ ਬੰਦਾ ਮੁੱਕਰ ਨਾ ਜਾਵੇ, ਮੇਰੇ ਵੇਲੇ ਰਸਗੁੱਲੇ ਮੋਗੇ ਸੀ। ਉਹ ਬੰਦਾ ਕਈ ਵਾਰੀ ਕਹਿੰਦਾ ਨਹੀਂ ਵੀ ਖੋਰ ਕੇ ਦੀ ਮੂਵੀ ਬਣਾ ਲਾ ਭਾਈ। ਤੁਸੀਂ ਵੇਖਿਆ ਮੂਵੀ ਵਾਲੇ ਵੇਖ ਕੇ ਬੰਦਾ ਖਲੋ ਜਾਂਦਾ, ਖਾਂਦਾ ਨਹੀਂ। ਉਹ ਮੂਵੀ ਫੈ ਕੱਲੀ ਕੱਲੀ ਕੈਚ ਕਰਦੇ ਵੀ ਫੁੱਫੜ ਨੇ ਮੁੱਕਰ ਜਾਣਾ, ਮੁੜ ਕੇ ਮਾਮੇ ਨੇ ਕਹਿਣਾ ਮੇਰੇ ਵੇਲੇ ਤੇ ਪਨੀਰ ਵਾਲੇ ਪਕੌੜੇ ਹੀ ਨਹੀਂ ਸੀ। ਤੁਸੀਂ ਪਤਾ ਨਹੀਂ ਕਿਹੋ ਜਿਹਾ ਰਿਸ਼ਤੇਦਾਰ ਲੱਭ ਲਏ ਉਹਨਾਂ ਵੇਲੇ, ਤੇ ਮੇਰੇ ਵੇਲੇ ਤੇ ਮੈਨੂੰ ਚਾਹ ਹੀ ਨਹੀਂ ਪੀਤੀ। ਅੱਜ ਕੱਲ੍ਹ ਤਾਂ ਕੈਮਰੇ ਵਾਲੇ ਸਗਨ ਵਾਲਾ ਵੀ ਫੜ ਲੈਂਦੇ, ਬੰਦੇ ਨੇ 500 ਦਿੱਤਾ ਕਿ 100 ਦਿੱਤਾ, ਚੁੱਕਦਾ ਕਿ ਰੱਖਦਾ। ਇਸ ਕਰਕੇ ਘੁਮਾ ਦੋ ਕੈਮਰੇ, ਮੇਰੇ ਵੱਲ ਨਾ ਰੱਖੋ, ਸੰਗਤ ਵੱਲ ਘੁਮਾਓ ਕੈਮਰਾ। ਤੇ ਮੈਂ ਸ਼ਬਦ ਪੜ੍ਹਦਾ, ਜਿਹੜਾ ਘੱਟ ਮੂੰਹ ਹਿੱਲੇ ਉੱਥੇ ਕੈਮਰਾ 30 ਸਕਿੰਟ 1 ਮਿੰਟ ਟਿਕਾ ਕੇ ਰੱਖਿਓ। ਸਾਰੇ ਪੜ੍ਹੋ ਹੁਣ ਖੁੱਲ ਕੇ ਇੱਕ ਵਾਰ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਵਾਹ ਵਾਹ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਘਾਓ, ਪਰਿਓ ਨਿਸ਼ਾਨ ਘਾਓ, ਵਾਹ ਵਾਹ। ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਵਾਹ ਵਾਹ ਵਾਹ। अब जूझण को दाओ, अब जूझण को दाओ, सूरा सो पहचानिए, सूरा सो पहचानिए, जो लरे दीन कहे तो,
जो लरे दीन कहे तो, वाह वाह, पुरजा पुरजा काट मारे, पुरजा पुरजा काट मारे, कबू न छाड़े खेत, कबू न छाड़े खेत, रेजी न लाज लाज तोए नाही, रेजी न लाज लाज तोए नाही, हर तज कत काहू के जाही, हर तज कत काहू के जाही, कितना प्यारा वाक है। 330 नंबर अंक है गुरु ग्रंथ साहब जी का। ते भगत कबीर जी कहते ने रे जी निलज, निलज कहते ने जिन्हों शर्म ना होवे। बोलो जी, जिन्हों शर्म ना होवे उन्होंने की आंदे ने निलज। लज कहते शर्म नूं, ने लज जिहड़ा शर्म तो रहत है, जिन्हों जो मर्जी कह लो, जिहदी सीधी भाषा कहने बेशर्म, भी जिहड़ा बंदा किसी दी शर्म ना करदा होवे उन्होंने गुरु ग्रंथ साहिब च की लिखिया निलज। रे जी निलज, लाज तोए नाही, तेनू लाज नहीं आउंदी, तेनू शर्म नहीं आउंदी। पुछिए भगत कबीर जी कादी, तुसी एडी वड्डी गल कहती सानू। कहंदे हार तज कत काहू के जाही। हुण सौखी एग्जाम्पल देना, सौखी भाषा च। घर च बापू बैठा होवे, घर च मां बैठी होवे, घर च पिता बैठा होवे, घर च मां सारा टब्बर बैठा होवे, ते बच्चा जाके गवांढियां कोलों कोई वस्तु मंगे खाण लई। क्यों साध संगत जी, बाप नूं मां नूं चंगा लगदा है जी? उच्ची बोल के दस्यो। घर आवे अपना रिश्तेदार ते बच्चा उहदे कोलों पैसे मंगे, भावें जवाकां दा मासड़ फुफड़ ही आया होवे, क्यों जी भूआ आई होवे नियाणियां दी, ते बच्चा लागे लागे भूआ दे तुरिया फिरे भी आओ वे गली च कुल्फी वेचण वाला आया, ते न्याणा मंग लवे। हुण कई बारी रिश्तेदार हुण की करे बेचारा, जो न्याणे मंग ही लिया कढ के 10-50 फड़ा दिंदा है, ते बाद रिश्तेदार दे जाण तो बाद भला घर दे की आंदे आ, पुत्त ये तू काम चंगा नहीं कीता। सियाणे परिवारां दे बच्चे इदां घर आए रिश्तेदार कोलों पैसा, उच्ची बोलो प्यारिओ, नहीं मंगदे। इहदा मतलब बंदा मातड़ भी होवे, गरीब भी होवे, दिहाड़ी करके भी खांदा होवे, उहदा कोई रिश्तेदार तगड़ा आ जाए, ਉਹ ਵੀ ਉਹਨੂੰ ਚੀਜ਼ ਦੇਣ ਲੱਗਣ ਨਾ, ਉਹ ਇੱਕ ਵਾਰੀ ਇਦਾਂ ਕਹਿੰਦਾ ਨਾ ਭਾਈ, ਬੱਚੇ ਵੀ ਕਹਿੰਦੇ ਨਹੀਂ ਜੀ ਨਾ 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 ਇਹ ਕੰਮ ਨਹੀਂ ਕਰਨਾ। ਇੰਨੇ 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 ਬੱਚੇ ਸਿਖਾਏ ਹੁੰਦੇ ਆ, ਉਹ ਫਿਰ ਮਾਂ ਕਹਿੰਦੀ ਆ ਕੋਈ ਗੱਲ ਨਹੀਂ ਪੁੱਤ। ਹੁਣ ਮਾਂ ਵੱਲ ਵੇਂਦਾ ਹੈ, ਪਿਤਾ ਵੱਲ ਵੇਂਦਾ, ਕਹਿਣ ਤੋਂ ਬਾਅਦ ਉਹ ਫੜ ਲੈਂਦਾ, ਨਹੀਂ ਤੇ ਉਹ ਰੋਕਦੇ ਨੇ ਵੀ ਮੈਂ ਨਹੀਂ ਇਹ ਕਰਨਾ ਜੀ, ਨਾ ਨਾ। ਬੱਚਾ ਭੱਜਦਾ ਅੱਗੇ ਲੱਗ ਕੇ। ਘਰ ਆਏ ਰਿਸ਼ਤੇਦਾਰ ਦੇ ਕੋਲੋਂ जे कोई साडा जवाक साडा बच्चा उहदे कोलों पैसे मंगे तो चंगे नहीं लगता। हुण सौखा समझियो, होइए असी कलगीधर गुरु गोबिंद सिंह दे बच्चे, ते मैं एक अपने हत्थां नाल बनाई हुई जगह उहदे ते इदां जाके पल्ला अड्डा। समझ आ रही प्यारे मैं की कह रहा जी? ते मेरे गुरु नूं चंगा लगू बोल के दस्सिओ। हुण आवाज नहीं आई जी। जे एक सधारण बंदे नूं अपने बच्चे इस गल्लों चंगे नहीं लगे भी घर आए रिश्तेदार कोलों तू वस्तु क्यों मंगी। कई बार ना रिश्तेदार आउंदा, उहदे बच्चे हुंदे ना, उहदों खिडौणे हुंदे ने नाल, ते साडा बच्चा उहनां दे खिडौणियां वल वेख के खेडदा, ते जदों जाण लगदे बच्चा अपना रोंदा, क्योंकि हुण जे ओह जाणगे ते नाल खिडौणा भी अपना नाल लैके जाणगे।
ਤੇ ਫਿਰ ਉਹ ਕੀ ਕਹਿੰਦੇ ਨੇ, ਕੋਈ ਗੱਲ ਨਹੀਂ ਅਸੀਂ ਹੋਰ ਲੈ ਲਾਂਗੇ। ਕੀ ਕਹਿੰਦੇ ਨੇ ਜੀ, ਬੋਲੋ, ਅਸੀਂ ਹੋਰ ਲੈ ਲਾਂਗੇ, ਕੋਈ ਗੱਲ ਨਹੀਂ ਤੁਸੀਂ ਬੱਚੇ ਨੂੰ ਖੇਡਣ ਦਿਓ। ਉਹ ਆਂਦਾ ਨਾ, ਤੁਹਾਡੇ ਬੱਚੇ ਦਾ ਲੈ ਜਾਓ ਜੀ, ਮੈਂ ਕੱਲ ਨੂੰ ਪੁੱਤ ਤੈਨੂੰ, ਬੋਲੋ ਭਾਈ, ਨਵਾਂ ਲਿਆ ਦੂੰ। ਅਗਲਾ ਇੰਨੀ ਅਣਖ ਗੈਰਤ ਨਾਲ ਜਿਉਂਦਾ, ਕਹਿੰਦਾ ਨਾ ਭਾਈ ਮੈਂ ਲੈ ਦੂੰਗਾ, ਜਿੰਨੇ ਜੋਗਾ, ਤਗੜਾ ਨਹੀਂ ਲਿਆਉਂਗਾ, ਮਾੜਾ ਲਿਆ ਦੂੰ, ਮੈਂ ਆਪਣੇ ਬੱਚੇ ਨੂੰ ਸਧਾਰਨ ਖਿਡੌਣਾ ਲਿਆ ਦੂੰ, ਪਰ ਲਿਆ ਦੂੰ। ਅਸੀਂ ਕੀ ਆਨੇ ਆ ਗੁਰੂ ਨੂੰ, ਤੁਸੀਂ ਸਾਡੇ ਪਿਤਾ ਹੋ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੁਸੀਂ ਸਾਡੇ ਪਿਤਾ ਵੀ ਹੋ, ਤੁਸੀਂ ਸਾਡੇ ਮਾਤਾ ਵੀ ਹੋ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਏਕ ਪਿਤਾ ਏਕ ਇਸਕੇ ਹਮ ਬਾਰਕ। ਹੁਣ ਸੋਚਿਓ ਜ਼ਰੂਰ, ਜਦੋਂ ਮੈਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਅੱਗੇ ਏਦਾਂ ਪੱਲਾ ਅੱਡਦਾ, ਗੁਰੂ ਨੂੰ ਚੰਗਾ ਲੱਗਦਾ ਹੋਏਗਾ ਜੀ? ਤੇ ਪਾਤਸ਼ਾਹ ਜੀ ਕਹਿੰਦੇ, ਰੇ ਜੀ ਨਲਜ, हे ਨਲਜ ਜੀਵ, ਲਾਜ ਤੋਏ ਨਾਹੀ, ਤੈਨੂੰ ਲਾਜ ਨਾ ਆਈ, ਹਰ ਤਜ ਕਤ ਕਾਹੂ ਕੇ ਜਾਈ। ਤੂੰ ਆਪਣਾ ਮਾਲਕ ਛੱਡ ਕੇ, ਆਪਣਾ ਪਿਓ ਛੱਡ ਕੇ, ਆਪਣਾ ਖਸਮ ਛੱਡ ਕੇ ਹੋਰ ਹੀ ਕਿਸੇ ਕੋਲੋਂ ਜਾ ਕੇ ਮੰਗਦਾ ਪਿਆ। ਆਪਾਂ ਜਪਜੀ ਸਾਹਿਬ ਚ ਰੋਜ਼ਾਨਾ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਕੀ ਕਹਿੰਦੇ ਨੇ, ਗੁਰਾ, ਸਾਰੇ ਬੋਲੋ ਬਾਣੀ ਨਾਲ ਨਾਲ, ਤੋਂ ਆਗੇ ਤੁਹਾਨੂੰ ਪਤਾ ਲੱਗ ਜੂ। ਗੁਰਾ ਇੱਕ ਦੇ, ਸਾਰੇ ਬੋਲੋ ਜੀ, ਆਵਾਜ਼ ਨਹੀਂ ਆਈ। ਗੁਰਾ ਸਭਨਾ ਜੀਆਂ ਕਾ, ਕਿੰਨੇ ਦਾਤੇ ਆ ਜੀ? ਤੁਹਾਡੇ ਚ ਕਈ ਗ੍ਰੰਥੀ ਸਿੰਘ, ਪਾਠੀ ਸਿੰਘ ਮੇਰੇ ਵੀਰ ਬੈਠੇ ਹੋਣਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੀਆਂ ਕਈ ਮੇਰੀਆਂ ਭੈਣਾਂ ਬੈਠੀਆਂ ਹੋਣਗੀਆਂ, ਕਈ ਮੇਰੇ ਨੌਜਵਾਨ ਭਰਾ ਬੈਠੇ ਹੋਣਗੇ। ਜਦੋਂ ਸਹਿਜ ਪਾਠ ਕਰਦੇ ਹੋ, ਲਾਗੇ ਕਾਪੀ ਰੱਖ ਲਓ ਖਾਲੀ, ਜਿੱਥੇ ਤੁਸੀਂ ਨੋਟ ਕਰਨਾ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਓ। ਜਦੋਂ ਦਾਤਿਆਂ ਦੀ ਗੱਲ ਆਈ, ਉਦੋਂ ਆਇਆ ਦਾਤਾ ਇੱਕ। ਜਦੋਂ ਭਿਖਾਰੀਆਂ ਦੀ ਗੱਲ ਆਈ, ਉਦੋਂ ਕਹਿਤਾ ਸਾਰਾ ਜਗਤ ਹੀ ਭਿਖਾਰੀ ਹੈ। ਦਾਤੇ ਦੋ ਵੀ ਨਹੀਂ ਲਿਖਿਆ, ਵੀ ਇੱਕ ਦੀ ਜਗ੍ਹਾ ਦੋ ਹੀ ਲਿਖ ਦਿੰਦੇ। ਜਦੋਂ ਦਾਤਿਆਂ ਦੀ ਗੱਲ ਆਈ, ਦਾਤਾ ਇੱਕ। ਅਸੀਂ ਕਿੰਨੇ ਬਣਾ ਲਏ ਜੀ, ਬੋਲੋ ਭਾਈ? ਕੋਈ ਉੱਥੇ ਝੰਡਾ ਗੱਡ ਕੇ ਬੈਠਾ ਹੈ, ਕੋਈ ਉੱਥੇ ਜਗ੍ਹਾ ਬਣਾ ਕੇ ਬੈਠਾ ਹੈ, ਕੋਈ ਉੱਥੇ ਦੁਕਾਨ ਪਾ ਕੇ ਬੈਠਾ ਹੈ, ਕੋਈ ਕਹਿੰਦਾ ਜੀ ਬਾਬਿਆਂ ਦੀ ਕਿਰਪਾ ਤੋਂ ਬਿਨਾਂ ਸਾਡੇ ਘਰ ਲਵੇਰਾ ਹੀ ਨਹੀਂ ਟਿਕਦਾ। ਉਹ ਬੋਲੋ ਭਾਈ, ਬਾਬਿਆਂ ਦੀ ਕਿਰਪਾ ਤੋਂ ਬਿਨਾਂ ਸਾਡੇ ਘਰ ਲਵੇਰਾ ਹੀ ਨਹੀਂ ਟਿਕਦਾ। ਤੇ ਗੁਰਬਾਣੀ ਚੋਂ ਕੀ ਪੜਿਆ, ਗੁਰਾ ਇੱਕ ਦੇ ਸਭਨਾ ਜੀਆਂ ਸੋ ਮੈਂ। ਹੁਣ ਬਾਣੀ ਚ ਕੀ ਲਿਖਿਆ ਭਲਾ, ਦਾਤਾ ਇੱਕ ਹੈ। ਗੁਰਾ ਇੱਕ ਦੇ ਬੁਝਾਈ, ਨਾਲ ਨਾਲ ਤੁਕਾਂ ਬੋਲੋਗੇ ਤੇ ਯਾਦ ਹੋਣਗੀਆਂ। ਗਾਣਾ ਨਾ 15 ਕੁ ਦਿਨ, 15 ਛੱਡੋ, ਰਾਤ ਆਵੇ ਨਾ, ਰਾਤੋਂ ਰਾਤ ਹੀ ਮਿਲੀਅਨ ਤੱਕ ਪਹੁੰਚਾ ਦਿੰਦੇ ਸਾਡੇ ਲੋਕ। ਤੇ ਕਹਿਣਗੇ ਰਾਤ ਸੁਣਦਾ ਹੀ ਗਾਣੇ ਸੁਣਦਾ ਏ, ਹੈਡਫੋਨ ਲੱਗੇ ਹੁੰਦੇ ਨੇ, ਟਰੈਕਟਰ ਤੇ ਵੀ ਚੱਲਦਾ, ਗੱਡੀ 'ਚ ਵੀ ਚੱਲਦਾ, ਮੋਬਾਈਲ ਤੇ ਸੁੱਖ ਨਾ। ਤੇ ਵੇਖੋ ਨਸ਼ਾ ਲਾਇਆ ਅਗਲਿਆਂ ਨੇ, ਪਹਿਲਾਂ ਕੰਪਨੀਆਂ ਨੇ ਪਹਿਲਾਂ ਫ੍ਰੀ ਦੇ ਕੇ, ਜਦੋਂ ਨਸ਼ੇੜੀ ਬਣਾਉਂਦੇ ਨੇ ਨਾ, ਉਹ ਪਹਿਲਾਂ 10 ਦਿਨ 15 ਦਿਨ ਫ੍ਰੀ ਦਿੰਦੇ ਆਪਣੇ ਕੋਲੋਂ। ਉਹ ਕਹਿੰਦੇ ਜਦੋਂ ਇਹਨੂੰ ਲੱਗ ਗਿਆ ਇਹਨੇ ਫਿਰ ਆਉਣਾ ਵੀ ਮੈਨੂੰ ਦਿਓ। ਆਪਾਂ ਕਹਿਣਾ ਵੀ ਹੁਣ ਫ੍ਰੀ ਨਹੀਂ ਮਿਲਣਾ ਭਾਈ, ਪੈਸੇ। ਤੇ ਪੈਸੇ ਇਹਦੇ ਕੋਲ ਹੋਣੇ ਨਹੀਂ, ਫਿਰ ਇਹਨੇ ਕਿੱਥੋਂ ਲਿਆਉਣੇ ਭਲਾ, ਬੋਲੋ ਭਾਈ? ਜਾਂ ਮਾਂ ਨੂੰ ਕਹੂਗਾ, ਜਾਂ ਬਾਪ ਨੂੰ ਕਹੂਗਾ, ਜਾਂ ਸਿਲੰਡਰ ਚੋਰੀ ਕਰੂ, ਜਾਂ ਟਰਾਂਸਫਾਰਮਾਂ ਦੀਆਂ ਤਾਰਾਂ ਲਾਊ, ਜਾਂ ਕਿਸੇ ਬੈਂਕ ਅੱਗਿਓਂ ਸਾਈਕਲ ਮੋਟਰਸਾਈਕਲ ਭਜਾਊ। ਪਹਿਲਾਂ ਫ੍ਰੀ ਦਿੱਤਾ ਕੰਪਨੀਆਂ ਨੇ ਵੀ, ਪਹਿਲਾਂ ਤੁਹਾਨੂੰ ਨਸ਼ੇ ਤੇ ਲਾਇਆ ਨਾ। ਇੱਥੋਂ ਸਿਮ ਫ੍ਰੀ ਲੈ ਜਾਓ ਜੀ। ਜਿਵੇਂ ਆਪ ਪੋਲੀਓ ਬੂੰਦਾਂ ਨਹੀਂ ਪਿਆਉਣ ਲਈ ਹਸਪੀਟਲਾਂ ਦੇ ਬਾਹਰ ਵੀ, ਬੱਸ ਸਟੈਂਡ ਤੇ, ਏਅਰਪੋਰਟ ਦੇ ਹਰ ਇੱਕ ਜਗ੍ਹਾ ਤੇ ਉਹ ਬੂਥ ਬਣਾ ਕੇ ਬੈਠੇ ਸੀ। ਸਿਮਾਂ ਲੈ ਕੇ ਟੋਲ ਪਲਾਜ਼ਿਆਂ ਤੇ ਬਹਿ ਗਏ ਅਗਲੇ, ਵੀ ਲੰਘਣ ਵਾਲਾ ਵੀ ਜਾਂਦੇ ਆ ਇੱਥੋਂ ਗੱਫਾ ਲੈ ਕੇ ਜਾਵੇ। ਉਹ ਵੀ ਜਦੋਂ ਕੋਈ ਨਹੀਂ ਵੀ ਸੀ ਹੈਗਾ, ਉਹ ਵੀ ਆਂਦਾ ਉਹ ਨਿਆਣੇ ਹੋਣ ਤੇ ਫ੍ਰੀ, ਮੈਨੂੰ ਵੀ ਲੈ ਦੋ। ਉਹਨੂੰ ਵੀ ਸਿਮ ਲੈਤੀ, ਹੁਣ ਲੱਗ ਗਿਆ ਨਸ਼ਾ। ਹੁਣ ਕੀ ਆਂਦੇ ਅੱਗਿਓਂ, ਹੁਣ ਭਾਈ 400-500 ਦਾ, 250 ਦਾ, 300 ਦਾ ਰੀਚਾਰਜ ਕਰਾਉਣਾ ਪੈਣਾ। ਹੁਣ ਜਿਹਨੂੰ ਲੱਗ ਗਿਆ ਨਸ਼ਾ, ਉਹਨੂੰ ਹੁਣ ਕਿੱਦਾਂ ਕਹਿਣ ਵੀ ਹੁਣ ਨਹੀਂ ਫ੍ਰੀ, ਹੁਣ ਇਹਦੇ ਪੈਸੇ ਲਾ ਦੇ। ਆਂਦਾ ਹੁਣ ਤੇ ਨਸ਼ਾ ਲੱਗ ਗਿਆ, ਹੁਣ ਤੇ ਰੀਚਾਰਜ ਕਰਾ ਕੇ ਦਿਓ, ਕਿਉਂਕਿ ਇਹ 'ਚ ਵਾਹਵਾ ਮੂਰਤਾਂ ਵੇਖਣ ਨੂੰ ਮਿਲਦੀਆਂ। ਉਹ ਬੋਲੋ ਭਾਈ, ਗੱਲ ਸਹੀ ਹੈ ਕਿ ਗਲਤ ਹੈ? ਛੋਟੇ ਤੋਂ ਛੋਟੇ ਕਸਬੇ ਦੇ ਵਿੱਚ ਵੀ ਲੱਖਾਂ ਦਾ ਰੀਚਾਰਜ ਰੋਜ਼ ਹੁੰਦਾ ਹੈ, ਛੋਟੇ ਤੋਂ ਛੋਟੇ ਕਸਬੇ 'ਚ। ਤੇ ਗੱਲਾਂ ਕੋ ਬਹੁਤ ਵੱਡੀਆਂ ਨਹੀਂ,
ਇੰਨਾ ਕੰਮਾਂ ਤੇ ਸਾਡਾ ਲੱਗੀ ਜਾਂਦਾ। ਹੁਣ ਮੈਂ ਭਾਵੇਂ 2 ਘੰਟੇ ਬੈਠੇ, ਮੇਰੇ ਕੋਲ ਕੋਈ ਮੋਬਾਈਲ ਨਹੀਂ ਹੈ, ਪਰ ਸਾਡੇ ਬੰਦੇ ਸੰਗਤ ਵਿੱਚ ਬੈਠੇ ਵੀ ਇਦਾਂ ਲਾ ਕੇ ਲੈਂਦੇ ਵੀ ਮਰ ਤਾਂ ਨਹੀਂ ਗਿਆ ਇਹ। ਹਾਂਜੀ, ਇਹ 15-20 ਮਿੰਟ ਨਾ ਬੋਲੇ ਤੇ ਇਹਨੂੰ ਛੇੜ ਕੇ ਵਹਿੰਦੇ ਆ ਵੀ ਸਾਹ ਹੈਗਾ ਇਹ ਚ। ਮੈਂ ਨਹੀਂ ਆਂਦਾ ਇਹ ਚੀਜ਼ਾਂ ਮਾੜੀਆਂ ਨੇ, ਹੁਣ ਤਾਂ ਪੜ੍ਹਾਈ ਵੀ ਇਹਦੇ ਨਾਲ ਜੁੜੀ ਹੋਈ ਹੈ, ਪਰ ਬਹੁਤਿਆਂ ਦੇ ਸਿਰ ਖਿਲਰੇ ਪਏ ਨੇ ਹਸਪੀਟਲਾਂ ਵਿੱਚ ਇਹਨਾਂ ਗੱਲਾਂ ਕਰਕੇ। ਮੋਟਰਸਾਈਕਲ ਤੇ ਜਾਂਦਾ, ਇੱਥੇ ਕੰਨ ਨਾਲ ਲਾਇਆ ਵੀ ਤੂੰ ਬਹਿ ਕੇ ਸੁਣ ਲੈ ਇੱਕ ਥਾਂ ਤੇ, ਵੀ ਐਡੀ ਕਿਹੜੀ ਜਾ ਕੇ ਤੂੰ ਮੀਟਿੰਗ ਕਰਨੀ ਹੈ, PM ਡੀਕਣ ਡਿਆ ਤੈਨੂੰ ਬਈ। ਕੰਨ ਨਾਲ ਮੋਬਾਈਲ ਲਗਾ, ਪਿੱਛੋਂ ਠਾ ਗੱਡੀ ਵੱਜਦੀ ਹੈ, ਮੁੜ ਕੇ ਪਾਪਾ ਜੀ ਨੂੰ ਆੜਤੀਏ ਕੋਲ ਜਾਣਾ ਪੈਂਦਾ, ਜੀ ਲਿਆਓ ਗੱਫਾ ਹੁਣ ਹਸਪੀਟਲ ਤੇ, ਅਗਲੇ ਪੈਸਿਆਂ ਤੋਂ ਬਿਨਾਂ ਐਡਮਿਟ ਨਹੀਂ ਕਰਦੇ। ਜਾ ਕੇ ਹਸਪੀਟਲਾਂ 'ਚ ਇੱਕ ਵਾਰੀ ਵੇਖੋ ਤਾਂ ਸਹੀ, ਕਿਸੇ ਨੂੰ ਰਾਹ ਜਾਂਦੇ ਨੂੰ ਰੋਕ, ਮਾਫ ਕਰਨਾ ਗੱਡੀਆਂ 'ਚ ਸੇਫਟੀ ਬੈਲਟਾਂ ਲੱਗੀਆਂ, ਕਿ ਇਹਨੂੰ ਕਹਿ ਕੇ ਵੇਖ ਲਓ ਵੀ ਲਾਲਾ, ਇਹਨੂੰ ਸੰਗ ਮਹਿਸੂਸ ਕਰਦਾ ਅਗਲਾ ਸ਼ਰਮ ਮਹਿਸੂਸ ਕਰਦਾ, ਕਹਿ ਕੇ ਵੇਖੋ ਕਿਸੇ ਨੂੰ। ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰ ਤੋਂ ਮਾਫ ਕਰਨਾ, ਅਗਲਿਆਂ ਨੇ ਪਹਿਲਾਂ ਤੁਹਾਨੂੰ ਫ੍ਰੀ ਚੀਜ਼ ਦੇ ਕੇ ਨਸ਼ੇ ਤੇ ਲਾਤਾ। ਗਾਣਾ ਤੁਸੀਂ ਮਾੜਾ ਜਿਹਾ ਬੋਲੋ ਤੇ ਯਾਦ ਹੈ, ਬਾਣੀ ਕਿਉਂ ਨਹੀਂ ਯਾਦ? ਕਿਉਂਕਿ ਬਾਣੀ ਸਾਡੇ ਘਰਾਂ ਚੋਂ ਅਲੋਪ ਹੋ ਗਈ। ਨੌਜਵਾਨ ਵੀਰੋ, ਮੇਰੀਓ ਭੈਣੋ, ਮੇਰੀ ਬੇਨਤੀ ਹੱਥ ਜੋੜ ਕੇ, ਰੋਜ਼ ਆਪਣੇ ਘਰ ਵਿੱਚ ਭਾਵੇਂ 10 ਮਿੰਟ ਭਾਵੇਂ 5 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਰੋ, ਖੁਦ ਆਪ। ਵੇਖੋ ਕਿੰਨਾ ਸਵਾਦ ਆਊ, ਕਿੰਨਾ ਨਜ਼ਾਰਾ ਆਊ। ਤੁਹਾਡਾ ਵੇਖਣ ਦਾ ਸਮਾਜ ਨੂੰ ਨਜ਼ਰੀਆ ਹੀ, ਸੋਚ ਹੀ ਬਦਲ ਜਾਣੀ ਹੈ। ਯਾਰ ਬਾਣੀ ਕੁਝ ਹੋਰ ਕਹੀ ਜਾਂਦੀ ਹੈ, ਮੈਂ ਕੁਝ ਹੋਰ ਕਰੀ ਜਾਂਦਾ। ਅੱਜ ਅਸੀਂ ਅੰਦਰੋਂ ਖੋਖਲੇ ਆ, ਕੋਠੀਆਂ ਪਾ ਲੀਆਂ, ਕਾਰਾਂ ਲੈ ਲੀਆਂ, ਗੱਡੀਆਂ, ਹਰ ਇੱਕ ਚੀਜ਼ ਸਾਡੇ ਕੋਲ ਹੈ, ਪਰ ਮਨ ਦੀ ਖੁਰਾਕ ਸਹੀ ਨਹੀਂ ਹੈ, ਚਿੜਚਿੜਾ ਸੁਭਾਅ ਹੈ, ਖਿਜੀ ਜਾਂਦੇ ਆ। ਮਾੜਾ ਜਿਹਾ ਨੁਕਸਾਨ ਹੁੰਦਾ ਤੇ ਜਰਨ ਸ਼ਕਤੀ ਨਹੀਂ ਹੈ। ਕਿਉਂ? ਕਿਉਂਕਿ ਜਤ ਪਹਾਰਾ ਧੀਰਜ ਸੁਨਿਆਰ, ਜਪਜੀ ਸਾਹਿਬ ਦੀ 38 ਨੰਬਰ ਪੌੜੀ ਪੜੋ। ਜਤ ਪਹਾਰਾ, ਅੱਜ ਧੀਰਜ ਗਵਾਚ ਗਿਆ। ਤੁਹਾਡੇ ਵਿੱਚ ਕੋਈ ਦੁਕਾਨਦਾਰ ਵੀਰ ਬੈਠਾ ਹੋਵੇ, ਉਹਨੂੰ ਜ਼ਿਆਦਾ ਪਤਾ ਹੈ। ਗਾਹਕ ਕਲਪ ਜਾਂਦਾ, ਪਰ ਜੇ ਦੁਕਾਨਦਾਰ ਕਲਪ ਜਾਏ ਨਾ ਤੇ ਦੁਕਾਨ ਉਹਦੀ ਠਾਹ ਨੂੰ ਜਾਣ ਲੱਗ ਪੈਂਦੀ ਹੈ। ਤੁਹਾਡੇ ਗੱਲ ਨੂੰ ਵੀ ਹੱਥ ਪਾਉਣ ਪਵੇ ਨਾ, ਗਾਹਕ ਦੁਕਾਨਦਾਰ ਨੂੰ ਆਪਣਾ ਸਹਿਜ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਉਹਦੇ ਸਹਿਜ ਨਹੀਂ, ਉਹਨੂੰ ਥੱਲਿਓਂ ਤਾਂ ਲੈ ਕੇ ਜਾਣਾ। ਗਾਹਕ ਨੂੰ ਸ਼ਰਮ ਆਊ ਅਗਲੀ ਵਾਰ, ਮੈਂ ਯਾਰ ਬਿਨਾਂ ਵਜ੍ਹਾ ਉਹਦੇ ਗੱਲ ਪੈ ਗਿਆ। ਪਰ ਜੇ ਅੱਗੇ ਦੁਕਾਨਦਾਰ ਕਲਪ ਗਿਆ, ਉਹਨੇ ਜਾ ਕੇ 15 ਗਾਹਕ ਹੋਰ ਤੋੜ ਦੇਣੇ ਨੇ। ਸਹਿਜ, ਜਤ ਪਹਾਰਾ। ਹੁਣ ਇਹ ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਗੱਲਾਂ ਦੱਸ ਰਹੇ ਨੇ। ਅੱਜ ਦੱਸੋ, ਕਈਆਂ ਬੰਦਿਆਂ ਨੇ ਆਪਣੀ ਜ਼ਿੰਦਗੀ 'ਚ ਸਹਿਜ ਨਾਲ ਕਿੱਥੋਂ ਕਿੱਥੇ ਪਹੁੰਚ ਗਏ, ਤੇ ਕਈ ਬੰਦੇ ਨਿੱਕੇ ਨਿੱਕੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਕਾਮ ਤੇ ਕ੍ਰੋਧ ਨੂੰ ਬਾਣੀ 'ਚ ਪਤਾ ਕੀ ਆਖਿਆ? ਚੰਡਾਲ। ਇਹ ਦੋਨੋਂ ਚੰਡਾਲ ਨੇ। ਚੰਡਾਲ ਕੌਣ ਹੁੰਦਾ? ਜਿਹੜਾ ਫਾਂਸੀ ਦਿੰਦਾ। ਏਦਾਂ ਆਪਾਂ ਨੂੰ ਪਤਾ ਲੱਗ ਜਾਏ ਵੀ ਉਹ ਬੰਦਾ ਜਿਹੜਾ ਤੁਰਿਆ ਆਉਂਦਾ ਚੰਡਾਲ ਹੈ, ਪਤਾ ਨਹੀਂ ਉਹਨੇ ਕਿੰਨਿਆਂ ਨੂੰ ਫਾਹੇ ਟੰਗਿਆ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਚਾਹੂ ਕਿ ਉਹਦਾ ਪਰਛਾਵਾਂ ਮੇਰੇ ਜਵਾਕਾਂ ਤੇ ਪਵੇ। ਪਰ ਪਾਸ਼ਾ ਕਹਿੰਦੇ, ਉਹ ਬੰਦਿਆ, ਤੇਰੇ ਅੰਦਰ 2 ਚੰਡਾਲ 24 ਘੰਟੇ ਬੈਠੇ ਆ। ਜਦੋਂ ਤੂੰ ਸੌਣਾ ਉਦੋਂ ਵੀ ਉੱਥੇ ਹੁੰਦੇ, ਜਦੋਂ ਤੂੰ ਤੁਰਦਾ ਰੋਟੀ ਖਾਣਾ ਉਦੋਂ ਵੀ ਤੇਰੇ ਕੋਲ ਹੁੰਦੇ ਨੇ। ਕਾਮ ਕ੍ਰੋਧ ਤਨ ਵਸੈ ਚੰਡਾਲ। ਕਿਹੜੇ ਨੇ? ਕਾਮ ਕ੍ਰੋਧ ਤਨ। ਤਨ ਦੇ ਵਿੱਚ ਵਸੈ, ਇਹ ਵਸਦੇ ਆ 24 ਘੰਟੇ ਚੰਡਾਲ। ਹੁਣ ਚੰਡਾਲ ਤੇ ਬਾਹਰੋਂ ਫਾਹ ਲੈਂਦੇ ਦੂਜਿਆਂ ਨੂੰ, ਇਹ ਚੰਡਾਲ ਏਦਾਂ ਦੇ ਆ, ਕਾਮ ਵਾਸ਼ਨਾਵਾਂ ਬੰਦੇ ਕੋਲੋਂ ਇਹੋ ਜਿਹਾ ਪੁੱਠਾ ਕੰਮ ਕਰਾ ਦਿੰਦੀਆਂ ਨੇ, ਕਿਸੇ ਨੂੰ ਫਾਹ ਦੇਣ ਦੀ ਲੋੜ ਨਹੀਂ, ਇਹ ਗਲ 'ਚ ਰੱਸਾ ਪਾ ਕੇ ਆਪੇ ਫਾਹ ਲੈ ਲੈਂਦਾ। ਕ੍ਰੋਧ ਇਹਦੇ ਕੋਲੋਂ ਇਹੋ ਜਿਹਾ ਪੁੱਠਾ ਕੰਮ ਕਰਾਉਂਦਾ, ਇਹਨੂੰ ਮਾਰਨ ਦੀ ਲੋੜ ਹੀ ਨਹੀਂ। ਇਹ ਸਲਫਾਸ ਦੀ ਗੋਲੀ ਲੈ ਕੇ ਮੂੰਹ 'ਚ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ। ਫਿਰ ਇਹ ਇਹੋ ਜਿਹਾ ਚੰਡਾਲ ਹੈ ਜਿਹੜਾ ਆਪਣੇ ਆਪ ਨੂੰ ਖੁਦ ਆਪ ਮਾਰਦਾ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਕਾਮ, ਸਾਰੇ ਬੋਲੋ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ। ਹੇ ਮੇਰੇ ਮਾਲਕ ਜੀ, ਮੈਂ ਧਾਨਕਾਂ ਵਾਲਾ ਰੂਪ ਬਣਾਇਆ ਹੋਇਆ ਹੈ। ਇਹ 2 ਚੰਡਾਲ ਮੇਰੇ ਸਰੀਰ 'ਚ। ਅੱਛਾ, ਗੱਲ ਹੋਰ ਸੁਣਿਓ, ਕ੍ਰੋਧ ਏਡੀ ਖਤਰਨਾਕ ਚੀਜ਼ ਹੈ। 1 ਮਹੀਨਾ ਬੰਦਾ ਚੰਗੀ ਖੁਰਾਕ ਖਾਵੇ
ਤੇ 15 ਸੈਕਿੰਡ ਜੇ ਕ੍ਰੋਧ ਆ ਗਿਆ ਤੇ ਉਹਨੇ ਪਾਣੀ ਬਣਾ ਦੇਣਾ, ਖਤਮ ਕਰ ਦੇਣਾ। ਸਹਿਜ ਟਿਕਾ ਜ਼ਿੰਦਗੀ 'ਚ ਬਹੁਤ ਬੰਦੇ ਨੂੰ ਅੱਗੇ ਲੈ ਕੇ ਜਾਂਦਾ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ, ਸਾਰੇ ਬੋਲੋ ਹੁਣ, ਦੱਦਾ ਦਾਤਾ एक है, दद्दा दाता एक है, सबको दिन दे टोट न आवई। सब जग फिर मैं देखिया हार। मैं अद्धी तुक बोल के विचों छड़ देना भी तुसी पूरी करो। जो अगले साल दीवान सजे जेड़ा भी प्रचार तुसी बुलाओ, जो बाणी दी तुक बोले अद्धी ते अद्धी तुक अगियों तुसी पूरी करो। अगले नूं स्वाद आ जाए, फलाने पिंड गया वो इन्ने स्रोते कमाल दे, बाणी दियां तुकां अद्धी बोली दी ते अद्धी तुक पूरी कर दिंदे आ। ते ये काम एडा औखा नहीं। जो रोज साडा मन सत संगत करू, जो रोज साडा मन अपने घरां विच, सवेर दा बंदा अपने काम ते गया होवे, जो शामां नूं अपने घर आण के इशनान पानी करके ऐ फ्रैश होके नींद वधिया आउंदी है, इदां ही जिहड़ा मन है जदों शामां नूं सतगुर दी बाणी दीयां चुभियां मारदा, मन भी ऐन रिलैक्स हो जांदा, शांत हो जांदा। अज खिजिया क्यों पिया बंदा, अज बंदा कलपिया क्यों पिया है? मन की चीज है? पढ़े लिखे मेरे नौजवान भरा बैठे, मन की चीज है? मन कोई साडे शरीर विच दिसण वाली वस्तु थोड़ा है। जिवें अखां दिसदियां ने, दंद दिसदे ने, इदां दिसण वाली वस्तु थोड़ा है। मन विचारां दा इकट्ठ है, संग्रह जिहनूं कहंदे, विचारां दे समूह नूं मन कहंदे ने। जिद्दां दे विचार उदां दा मन। जे तुहाडे विचार चंगे, मन चंगा, विचार माड़े ते मन माड़ा। मन एक इदां दी चीज है, ये सिर्फ ओनू ही पता जेदा हैगा है, ये चंगा है कि माड़ा है। चंगा है तुहानू पता है, माड़ा है तुहानू पता है, क्योंकि अपने विचारां दा खुद बंदे नू पता हुंदा है मेरे विचार किदां दे ने। अच्छा, विचारां तो बाद हौली हौली बाद कर्म बनदे ने। जो बंदा सोचदा है उस तो बाद वो काम करदा है, कर्म बन गया। एक बारी कीता कर्म, दो बार कीता फिर भी कर्म, हौली हौली 2 3 4 बार कीता, आदत बन गई। जिवें आपां नहीं कहंदे आदतां नहीं बदलदियां, इहनूं आदत पै गई। पर बाणी कहंदी है आदतां बदल जांदियां ने। ध्यान नाल सुणिओ, हुण वारे शाह नाल आदतां जांदियां जी, भावें कट्टिए। वारे शाह ने आख्या सी ना आदतां नहीं बदलदियां। हुण सतगुर दी बाणी कहंदी वारे शाह जे आदतां नहीं बदलियां फिर बाणी की होई, गुरु की होया? भगत साहिबान कहंदे ने तव गुण कहा जगत गुरा, जो कर्म ना नासै। गुरु तुहाडे गुण ही की होए जे मेरे माड़े कर्मां दा, मेरियां माड़ियां आदतां दा नाश ही नहीं होना। ते तुहाडा प्रताप की होया? तव गुण कहा जगत गुरा, जो कर्म ना नासै। सिंह शरण कत जाई है, जो जंबू ग्रास है। शेर दी शरण लैण दा की फायदा जे गिदड़ां दा फिर भी डर रवे किते गिदड़ ना मैनू आण के खा जाए। असी जिस गुरु ज्ञान दे कोल बैठे हां, इनू भाई गुरदास जी ने शेर दे नाल तुलना दित्ती है। सतगुरु नानक प्रगटिया मिटी धुंध, जग चानण होवा, ज्यों कर सूरज निकलिया तारे छप, अंधेर पलोवा सिंह बुक्कै। सिंह किहनूं कहंदे? शेर नूं। जदों शेर बुकदा है, जदों ज्ञान, जदों साडे घरां च बाणी दा ज्ञान शेर साडे जीवन च बुकेगा, ज्ञान साडी सुरत विच आएगा, फिर पखंड दियां हिरनां नूं भज्जण नूं राह नहीं लभना। फिर अंदर पखंड किदां जन्म लै लो बई? सिंह बुकै मिरगावली भन्नी जाए, ना धीर धरोआ। इन्हां हिरनां दा धीरज टुट जू जदों अंदर ज्ञान शेर बुकेगा। अज मारो ध्यान, किन्नियां घरां दे विच सहज पाठ हो रहे हैं, किन्नियां घरां च सवेरे शाम सतगुर दी बाणी पढ़ी ते विचारी जा रही है, किन्नियां घरां च सवेरे गुरबाणी दे पाठ तो शुरुआत हुंदी है। मारो ध्यान आपो अपने घरां विच। जे महान बाबा दीप सिंह दा दिन मना रहे हैं ते अपने घरां विच इह झात मारनी है कि मैं अपने घरां च भैणो
ਬੱਚੇ ਨੂੰ ਜੋ ਸਿੱਖਿਆ ਮਾਂ ਦੇ ਕੋਲੋਂ ਮਿਲ ਸਕਦੀ ਦੂਜਾ ਕੋਈ ਨਹੀਂ ਸਿਖਾ ਸਕਦਾ। ਪਹਿਲਾ ਟੀਚਰ ਬੱਚੇ ਦਾ ਕੌਣ ਹੈ? ਉੱਚੀ ਬੋਲੋ ਮੇਰੀਓ ਭੈਣੋ, ਮਾਂ। ਮੇਰੀਓ ਭੈਣੋ ਇੱਕ ਬੇਨਤੀ ਆ, ਇਧਰੋਂ ਮੈਂ ਵੇਖ ਰਿਹਾ ਵੀਰਾਂ ਵੱਲੋਂ ਉਦੋਂ ਦਾ ਇੱਕ ਨਹੀਂ ਉੱਠਿਆ। ਬੀਬੀਆਂ ਹੌਲੀ ਹੌਲੀ ਉੱਠ ਕੇ ਜਾ ਰਹੀਆਂ। ਵਿਆਹਾਂ ਸ਼ਾਦੀਆਂ ਤੇ 10 ਵਜੇ ਕੰਮ ਸ਼ੁਰੂ ਹੀ ਹੁੰਦਾ ਮਸਾਂ, ਤੇ ਇੱਥੇ ਮੇਰੇ ਖਿਆਲ ਚ ਅਜੇ 9:30 ਹੋਏ ਆ। ਵਿਆਹਾਂ ਸ਼ਾਦੀਆਂ ਦੇ ਪੁੱਛਣਗੇ 10 ਵਜੇ ਵੀ ਰੋਟੀ ਖਾ ਲਈ ਆ? ਉਹ ਬੋਲੋ ਭਾਈ, ਕਿਉਂਕਿ ਸਵੇਰੇ ਬਰਾਤ ਜਾਣੀ ਆ। ਰਾਤ ਕੀ ਕਰਦੇ ਭਲਾ? ਲਾ ਕੇ ਡੀਜੇ ਜਾਗੋ ਕੱਢਦੇ ਆ, ਮੱਝੇ ਮੂੰਹ ਦੇ ਮਰ ਜਾਂਦੇ ਲੋਕਾਂ ਦੇ ਰਾਹ 'ਚ। ਹਾਂਜੀ, ਅੱਧੀ ਅੱਧੀ ਰਾਤ ਤੱਕ ਨੱਚਦੇ ਆ, ਪਿੱਛੋਂ ਬਾਪੂ ਰੌਲਾ ਪਾਉਂਦਾ, ਉਹ ਸਵੇਰੇ ਬਰਾਤ ਜਾਣਾ, ਸੌਂ ਜਾਓ, ਉਹ ਸੌਂ ਜਾਓ। ਬਾਪੂ ਦੇ ਰੌਲਾ ਪਾਉਂਦਿਆਂ ਵੀ ਕਿੰਨੇ ਵਜੇ ਸੌਂਦੇ ਭਲਾ? ਬੋਲ ਕੇ ਦੱਸੋ ਹੁਣ ਆਪੇ। 12-1 ਵਜੇ। ਅੱਛਾ ਹੁਣ ਜਿਹੜਾ ਰਾਤ ਨੱਚੇ ਆ, ਲੱਤਾਂ ਦੁਖਦੀਆਂ, ਸਵੇਰੇ ਹੌਲੀ ਹੌਲੀ ਤੁਰਦੇ, ਜੇ ਜਿਮ ਚੋਂ ਆਏ ਹੁੰਦੇ ਆ, ਫਿਰ ਹੌਲੀ ਹੌਲੀ। ਅੱਛਾ ਉਹਨਾਂ ਕਿਹਾ 10 ਵਜੇ ਪਹੁੰਚ ਜਿਓ। ਇੱਥੇ 9:30 ਵਜੇ ਜੇ ਲਾੜਾ ਨਹਾ ਰਿਹਾ ਤੇ ਬਰਾਤ ਨਹਾ ਨੂ ਕੇ ਕੱਪੜੇ ਪਾ ਕੇ ਤੁਰੀ ਫਿਰਦੀ। ਆਂਦੇ ਲਾੜਾ ਨਹੀਂ ਨਹਾਤਾ ਜੇ, ਕਹਿੰਦੇ ਕੈਮਰੇ ਵਾਲਾ ਨਹੀਂ ਆਇਆ। ਦੱਸੋ ਕੈਮਰੇ ਵਾਲੇ ਨੇ ਬਾਲਟੀ ਪਾਣੀ ਦੀ ਲੈ ਕੇ ਆਉਣਾ? ਰੋਜ਼ ਜਵਾਕ ਨੌਜਵਾਨੋ ਜਿਨ੍ਹਾਂ ਦੇ ਆਨੰਦ ਕਾਰਜ ਦੇ ਹੋਣੇ ਆ, ਸਵੇਰੇ ਟਾਈਮ ਨਾਲ ਉੱਠ ਕੇ ਆਪੇ ਇਸ਼ਨਾਨ ਕਰ ਲਓ। ਇਹ ਉਦੋਂ ਕੰਮ ਸੀ ਜਦੋਂ ਆ ਸ਼ੈਂਪੂ ਸਰਫ ਸਾਬਣ ਨਹੀਂ ਸੀ ਹੁੰਦੇ। ਉਦੋਂ ਕੰਮ ਜ਼ਿਆਦਾ ਕਰਨਾ। ਉਦੋਂ ਆ ਵੇਸਣ ਜਾਂ ਮਲ ਕੇ ਵਟਣਾ ਇਹਨੂੰ ਕਹਿੰਦੇ ਸੀ। ਕਹਿਣਾ ਇਹਨੂੰ 15 ਦਿਨ ਕੰਮ ਛਡਾ ਲਓ, ਮਾੜੀ ਮੋਟੀ ਇਹਦੀ ਚਮੜੀ ਚਿੱਟੀ ਹੋ ਜੂ। ਉਹਨੂੰ ਨਵਾਉਣਾ ਚੰਗੀ ਤਰ੍ਹਾਂ ਮਲ ਮਲ ਕੇ। 15 ਦਿਨ ਕੰਮ ਛਡਾਉਣ ਦਾ ਸੀ। ਜਿਹਨੂੰ ਕਹਿਣਾ ਸਾਹੇ ਵੱਜਾ, ਉਹਦਾ ਮਤਲਬ ਸੀ ਕਿਤੇ ਦਾਤਰੀ ਨਾਲ ਉਂਗਲ ਤੇ ਮਰਾ ਪਵੇ। ਇਹਦੇ ਹੱਥ ਛਟਾਲੇ ਨਾਲ ਹਰੇ ਹੋਏ ਪਏ ਆ। 15 ਦਿਨ ਕੰਮ ਛਡਾ ਲਓ, ਇਹਨੂੰ ਵਟਣਾ ਵੁਟਣਾ ਮਲੋ। ਹੁਣ 3-3 ਵਾਰੀ ਸਾਬਣ ਨਾਲ ਨਹਾਉਂਦੇ ਆ, ਫੇਰ ਵੀ ਉਹਨੂੰ ਵਿਚਕਾਏ ਬਿਠਾਇਆ ਹੁੰਦਾ ਵਿਹੜੇ 'ਚ। ਮੂਵੀ 'ਚ ਉਹਦੀ ਸਾਰੀ ਰਿਕਾਰਡਿੰਗ ਕਰਦੇ ਆ, ਕਿੱਦਾਂ ਚੱਪਣੀਆਂ ਭੰਨਦਾ, ਕਿੱਦਾਂ ਕੰਧਾਂ ਨਾਲ ਪੋਚੇ ਮਾਰਨੇ ਆ, ਸਾਰਾ ਕੁਝ A ਤੋਂ Z। ਗ੍ਰੰਥੀ ਦੇ ਆਖੇ, ਪ੍ਰਚਾਰਕ ਦੇ ਆਖੇ, ਰਾਗੀ ਦੇ ਆਖੇ, ਕੋਈ ਟੱਬਰ ਦਾ ਜੀ ਨਹੀਂ ਲੱਗਦਾ। ਮੂਵੀ ਵਾਲਾ ਧੁੱਪੇ ਖਿਲਾਰ ਛੱਡਦਾ ਸਾਰੇ ਟੱਬਰ ਨੂੰ। ਮਰੂਦਾਂ ਵਾਲੇ ਬੂਟੇ ਵਾਲ ਵੇਖ ਵੇਖ ਕੇ ਅਗਲਾ ਕਹਿੰਦਾ ਮੂਵੀ ਬਣਨੀ ਤੁਹਾਡੀ ਬਈ ਧੁੱਪੇ ਹੀ। ਗ੍ਰੰਥੀ ਕਹਿੰਦਾ ਨਾ ਇਦਾਂ ਕਰ ਲੋ, ਇਦਾਂ ਕਰ ਲੋ। ਤੈਨੂੰ ਬੜਾ ਪਤਾ ਭਾਈ। ਅਗਲਾ ਨਾਲੇ 40-50 ਹਜ਼ਾਰ ਰੁਪਇਆ ਲੈਂਦਾ। ਉੱਚੀ ਬੋਲੋ ਹੁਣ। ਸੱਦ ਤੁਸੀਂ ਲਿਆ, ਹੁਣ ਗਲਤੀ ਕਰ ਬੈਠੇ ਜੇ। ਉਹ ਮੈਂ ਇਦਾਂ ਹੀ ਕਹਿਣਾ ਹੁੰਦਾ, ਕਿਉਂਕਿ ਸੁਣਨੀਆਂ ਗੱਲਾਂ ਹਾਰੀ ਸਾਰੀ ਵਸਦੀਆਂ ਗੱਲਾਂ ਨਹੀਂ। ਮੈਨੂੰ ਅੱਗੇ ਵੀਰ ਜੀ ਨੂੰ ਕਹਿੰਦੇ ਐ ਇਲਾਕੇ 'ਚ ਪਹਿਲੀ ਵਾਰੀ ਆਏ ਜੇ। ਮੈਂ ਕਿਹਾ ਕਿਤੇ ਆਖਰੀ ਵਾਰੀ ਨਾ ਹੋ ਜਾਏ। ਚਲੋ ਧੰਨਵਾਦ ਤੁਹਾਡਾ ਜੇ ਅਗਲੀ ਦੀ ਸੱਦ ਲੋਗੇ ਤੇ। ਪਰ ਮੈਂ ਬੇਨਤੀ ਇਹੋ ਕਰਦਾ, ਗੱਲ ਸੁਣਿਓ ਧਿਆਨ ਨਾਲ। ਹੁਣ ਨੌਜਵਾਨ ਵੀਰੋ, ਸਵੇਰੇ ਟਾਈਮ ਨਾਲ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ, ਪਾਠ ਕਰਕੇ ਆਪ ਕਹੋ ਉੱਠੋ ਭਾਈ ਬਰਾਤੇ ਜਾਣਾ। ਇਹ ਕੰਮ ਉਦੋਂ ਸੀ 25-25 30-30 ਹਜ਼ਾਰ ਰੁਪਇਆ ਸੀ ਲਾ ਦੇਣ। ਮੈਂ ਨਹੀਂ ਆਂਦਾ ਤੁਸੀਂ ਇਹ ਯਾਦਗਾਰਾਂ ਬਣਾਓ। ਅੱਛਾ ਜੇ ਤੇ ਬਣਦੀ ਹੋਵੇ ਫਿਰ ਤੇ ਮੂਵੀ ਵੇਖਣ ਨੂੰ ਜੀ ਕਰਦਾ। ਅੱਗੇ ਹੁਣ ਬੋਲੋ, ਖਾਲੀ ਥਾਂ ਭਰੋ। ਜੇ ਨਾ ਬਣਦੀ ਹੋਵੇ ਤੇ ਕਈ ਵਾਰੀ ਰਿਸ਼ਤੇਦਾਰਾਂ ਦਾ ਉਹ ਮੂਵੀ ਵੇਖੀਏ ਨਾ ਵਿਆਹ ਵਾਲੀ, ਉਹ ਆਂਦਾ ਮੇਰਾ ਤਾਂ ਡਿਲੀਟ ਕਰਾਉਣ ਨੂੰ ਜੀ ਕਰਨ ਡਿਆ ਵੀ ਤੂੰ ਸਾਡੇ ਘਰ ਆਇਆ ਤੇ ਅਸੀਂ ਜੀ ਚੰਗੀ ਤਰ੍ਹਾਂ ਬੋਲਣ ਡਏ ਆ, ਨਹੀਂ ਤੇ ਸਾਨੂੰ ਪਤਾ ਕੀ ਹਾਲਤ ਆ ਸਾਡੇ ਘਰ ਦੀ। ਮਾਫ ਕਰਨਾ, ਗੁੱਸਾ ਨਾ ਮਨਾਇਓ, ਜ਼ਿੰਦਗੀ ਸਵਾਰ ਲਓ। ਕੱਖ ਨਹੀਂ, ਇਹ ਆਪਣੀ ਜ਼ਿੰਦਗੀ ਚੋਂ ਭਰਮ ਬਾਹਰ ਕੱਢ ਦਿਓ ਕਿ ਸ਼ਾਇਦ ਪਰਲੇ ਘਰ ਜਾ ਕੇ ਸੁੱਖ ਹੈ। ਸੁੱਖ ਜਿੱਥੇ ਬੈਠੇ ਉੱਥੇ ਹੈ। ਜੇ ਤੁਹਾਨੂੰ ਤੁਹਾਡੇ ਇੱਕ ਥਾਂ ਤੇ ਬੈਠਿਆਂ ਜੇ ਤੁਹਾਨੂੰ ਸਾਈਕਲ ਤੇ ਹਾਸਾ ਨਹੀਂ ਨਾ ਆਇਆ ਤੇ 50 ਲੱਖ ਦੀ ਗੱਡੀ ਤੇ ਵੀ ਹਾਸਾ ਨਹੀਂ ਆਉਣਾ ਤੁਹਾਨੂੰ। ਬੰਦਾ ਕੋਠੀ ਬਣਾ ਰਿਹਾ, ਧਿਆਨ ਨਾਲ ਸੁਣਿਓ, ਕੋਠੀ ਬਣਾ ਰਿਹਾ। ਕਈ ਵਾਰੀ ਅਵੇਸਲੇ 5 ਕਿਤੇ ਅੱਧਾ ਬਾਲਟਾ ਸੀਮਿੰਟ ਦਾ ਕਿਸੇ ਮਜ਼ਦੂਰ ਕੋਲੋਂ ਖਰਾਬ ਹੋ ਜਾਂਦਾ। ਕਈ ਹੁੰਦੇ ਬੰਦੇ ਤਗੜੇ, ਉਹ ਜਰ ਜਾਂਦੇ। ਕਦੇ ਫੇਕੜੀ ਗੱਲ ਆ ਯਾਰ, ਐਡੀ ਵੱਡੀ ਕੋਠੀ ਪਾ ਰਹੇ, ਜੇ ਕਿਤੇ ਅੱਧਾ ਤੋੜਾ ਸੀਮਿੰਟ ਦਾ ਖਰਾਬ ਹੋ ਗਿਆ ਫੇਕੜੀ ਗੱਲ ਹੈ। ਪਾਣੀ 'ਚ ਬਾਹਰ ਰਹਿ ਗਿਆ, ਰਾਤ ਮੀਂਹ ਆ ਗਿਆ, ਭਿੱਜ ਗਿਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਪੁੱਤਰਾ, ਗਾਂ ਤੋਂ ਧਿਆਨ ਰੱਖਿਓ। ਏਦਾਂ ਕਹਿੰਦਾ ਮਜ਼ਦੂਰ ਨੂੰ। ਇੱਕ ਉਹਦੀ ਕਲਾਸ ਲਾ ਦਿੰਦਾ। 2 ਕਿਸਮ ਦੇ ਬੰਦੇ ਹੁੰਦੇ ਨਾ। ਸਵੇਰੇ ਸਵੇਰੇ ਆਇਆ ਵਿਚਾਰਾ, ਉਹਨੂੰ ਕਹਿੰਦਾ ਤੂੰ ਰਾਤ ਸੀਮਿੰਟ ਨਹੀਂ ਅੰਦਰ ਕਰਕੇ ਗਿਆ, ਵੀ ਗਿੱਲਾ ਹੋ ਗਿਆ, ਰਾਤ ਮੀਂਹ ਪੈ ਗਿਆ, ਇਹ ਹੋ ਗਿਆ, ਉਹ ਹੋ ਗਿਆ। ਖਿੱਚ ਕੇ ਪੈਂਦਾ ਉਹਦੇ ਗਲ। ਮਜ਼ਦੂਰ ਇੱਕ ਗੱਲ ਤੇ ਪੱਕੀ ਮਨ 'ਚ ਸੋਚਦਾ, ਕਹਿੰਦਾ ਸਰਦਾਰਾ ਕੋਠੀ ਜਿਹੜੀ ਮਰਜ਼ੀ ਪਾਲਾ, ਤੇਰਾ ਹਾ ਕੰਮ ਬੰਦ ਨਹੀਂ ਹੋਣਾ। ਹਾੜਾ ਤੂੰ ਖਿੱਚ ਖਿੱਚ ਪੈਣਾ ਨਾ, ਏਦਾਂ ਤੇਰੀ ਦਿਮਾਗ ਦੀ ਨਾਲੀ ਪਾੜ ਜਾਣੀ ਕਿਸ ਦਿਨ। ਉਹ ਬੋਲੋ, ਪਤਾ ਸਾਰਾ ਹੀ ਹੈਗਾ ਆਪਾਂ ਨੂੰ, ਕਿਉਂਕਿ ਏਦਾਂ ਹੀ ਕਰਦੇ ਆ ਆਪਾਂ।
अच्छा गुस्सा भी मातड़ ते आउंदा, गरीब बंदे ते गुस्सा आउंदा। अच्छा साइकिल वाजे ना गड्डी च, साइकिल वाले दे गल पैंदे आ, वड्डे दी गड्डी वाजे ना किते ओहदे गाड़ी आ कोई गल नहीं, ढीठ ही पई कोई गल नहीं, पता ना भी अगले नासां दे मारनियां। मातड़ बंदा वेख के लम्मे पाउण तक जाने। जिंदगी सिखना सिखो। जे तुहाडा पुੱਤ जवाक गलती करदा ओनू भी ते जरदे ही जे। आ लीडर ते खेखण करदे वोटां वेले गरीबां दे घर रोटियां खाण दे। जिस बाबे दी गोच बैठे हो भाई लालो कोलों वोटां नहीं लैणियां। गुरु नानक साहब भाई लालो दे बराबर बैठ के ओहदे घर प्रशादा छक के आए। ਇਹਦਾ ਲੀਡਰਾਂ ਨੂੰ ਪਤਾ। ਅੱਛਾ ਵੇਖੋ ਤੁਸੀਂ ਇੱਕ ਚੀਜ਼ ਨੋਟ ਕਰਿਓ, ਜੇ ਆ ਸਮਾਗਮ ਤੁਸੀਂ 17 ਫਰਵਰੀ ਨੂੰ ਕਰਦੇ ਭਲਾ ਫੇਰ ਕੀ ਹੋਣਾ ਸੀ? ਬੋਲ ਕੇ ਦੱਸਿਓ। ਹੁਣ ਖਾਲੀ ਥਾਂ ਭਰੋ, ਇੱਥੇ 15-16 ਆ ਜਾਣੇ ਸੀ ਲੀਡਰ ਹੋਣ ਨੂੰ। ਉਹ ਬੋਲੋ ਭਾਈ ਆਉਣੇ ਸੀ ਨਾ। ਉਹ ਧੱਕੇ ਨਾਲ ਆਪਣੇ ਮੱਥਾ ਮੁੱਥਾ ਟੇਕਣ ਆ ਜਾਂਦੇ, ਪਿੱਛੇ ਜੇ ਆਣ ਕੇ ਕਿਸਾਨੀ ਅੰਦੋਲਨ 'ਚ ਵੀ ਝੁੰਬ ਝੰਬ ਮਾਰ ਕੇ ਆਣ ਕੇ ਬਹਿ ਜਾਂਦੇ ਸੀ। ਆ ਮਰਗ ਤੇ ਸਾਦਾ ਕੋਈ ਨਹੀਂ ਉਹਨਾਂ ਨੂੰ, ਜਾਂਦੇ ਆ ਪਤਾ ਕਿਉਂ? ਅਗਲਿਆਂ ਦੀ ਹਮਦਰਦੀ ਲੈਣ ਵਾਸਤੇ। ਅੱਛਾ ਜਿਹੜੇ ਹੁਣ ਸਮਾਗਮ ਹੋਣੇ ਆ, ਹੁਣ ਅਗਲੇ ਵਿਚਾਰੇ ਨਾ ਜਿਵੇਂ ਜਿੱਤਾ ਜਵਾਰੀਆ ਇੱਕ ਤੇ ਮੰਜੀਆਂ 4, ਇੱਕ ਜਵਾਰੀਆ ਜਿੱਤ ਗਿਆ ਤੇ 4 ਪਾਵਿਆਂ ਤੇ ਭੱਜਾ ਫਿਰੇ, ਕਦੀ ਇੱਕ ਮੰਜੀ ਤੇ ਛਾਲ ਮਾਰੇ, ਕਦੀ ਦੂਜੀ ਮੰਜੀ ਤੇ ਛਾਲ ਮਾਰੇ। ਹਾਰੇ ਜਵਾਰੀਏ 4 ਤੇ ਮੰਜੀ 1, 4 ਜਵਾਰੀਏ ਹਾਰ ਜਾਣ ਤਾਂ ਇੱਕੇ ਮੰਜੀ ਤੇ ਕੱਲੇ ਕੱਲੇ ਪਾਵੇ ਤੇ ਬੈਠੇ ਹੁੰਦੇ ਆ। ਉਹ ਹਿਸਾਬ ਇਹਨਾਂ ਦਾ। ਇਹ ਵਿਚਾਰੇ ਹੁਣ ਅਜੇ ਤੇ ਬੈਠੇ ਆ ਏਦਾਂ ਇੱਕੇ ਪਾਵੇ ਤੇ 4 ਜਾਣੇ। ਜੇ ਤੇ ਜਿੱਤ ਗਏ 10 ਮਾਰਚ ਨੂੰ, ਉਹ ਬੋਲੋ ਭਾਈ ਫੇਰ ਤੇ ਕੱਲੇ ਕੱਲੇ ਨੇ 5-5 ਮੰਜੀਆਂ, ਛਾਲਾਂ, ਲੱਡੂ, ਢੋਲ ਢਮੱਕੇ। ਤੇ ਕਈਆਂ ਨੇ ਪਹਿਲਾਂ ਬੈੱਡ ਵੀ ਬੁੱਕ ਕਰਾਏ ਹੋਣੇ ਆ ਵੀ ਬੀਪੀ ਘਟ ਜਾਣਾ, ਉਹਦਾ ਨਿੰਬੂ ਪਾਣੀ ਪਿਉਣਾ ਪਵੇ। ਇਹ ਲੋਕ ਕਰਦੇ। ਮਾਫ ਕਰਨਾ, ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਲਓ, ਜਦੋਂ ਤੱਕ ਵੋਟਰ ਨਹੀਂ ਬਦਲਦਾ, ਥੱਲਿਓਂ ਸਿਸਟਮ ਨਹੀਂ ਬਦਲਦਾ, ਸਧਾਰਨ ਅਸੀਂ ਤੇ ਆਪਣਾ ਜਾਇਜ਼ ਕੰਮ ਵੀ ਕਰਾਉਣਾ ਹੋਵੇ ਨਾ, ਸਾਨੂੰ ਆਦਤ ਪਈ ਆ ਫਾਈਲ ਨੂੰ ਧੱਕਾ ਲਾਉਣ ਦੀ। ਕਰਪਸ਼ਨ ਥੱਲਿਓਂ ਸ਼ੁਰੂ ਹੁੰਦੀ ਆ। ਕਿੱਦਾਂ? ਜਿਹੜਾ ਬੰਦਾ ਸਬਜ਼ੀ ਲੈਣ ਲੱਗਿਆ ਵੀ ਮਾੜੀ ਮੋਟ ਬੇਈਮਾਨੀ ਕਰਦਾ, ਸਬਜ਼ੀ ਲੈਣ ਲੱਗਿਆ ਵੀ, ਦੁੱਧ ਵੇਚਣ ਲੱਗਿਆ ਵੀ ਮਾੜਾ ਮੋਟ ਏਦਾਂ ਚਿਮਚੇ ਦਾ ਇੱਧਰ ਉੱਧਰ ਕਰ ਦਿੰਦਾ, ਪਾਣੀ ਉੱਧਰ ਪਾ ਕੇ ਚਿਮਚਾ ਝੱਗ ਝੁੱਗ ਪਾ ਕੇ ਲੀਟਰ ਭਰ ਦਿੰਦਾ। ਸੋਚ ਕੇ ਵੇਖੋ, ਜੇ ਇਸ ਬੰਦੇ ਨੂੰ ਤੁਸੀਂ ਕਿਤੇ ਲੀਡਰ ਬਣਾਤਾ ਕੀ ਕਰੂਗਾ? ਜਦੋਂ ਦਾਲ ਤੇ ਚੌਲ ਬਣਦੇ ਆ ਨਾ ਤੌੜੀ 'ਚ, ਸਾਰੇ ਦਾਲ ਚੌਲ ਬਾਹਰ ਕੱਢਣ ਦੀ ਲੋੜ ਨਹੀਂ ਪੈਂਦੀ ਮਾਵਾਂ ਨੂੰ। ਉਹ ਕੜਛੀ ਮੂਧੀ ਕਰਕੇ ਨਾ ਇਦਾਂ ਵੇਖ ਲੈਂਦੀਆਂ, ਚੈੱਕ ਕਰਕੇ ਇੱਕ ਅੱਧੇ ਦਾਣੇ ਨੂੰ ਫੇਂਕ ਕੇ ਵੀ ਚੌਲ ਦਾਲ ਤਿਆਰ ਹੋ ਗਈ ਆ। ਬੰਦੇ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨਾ ਕੁ ਸਿਆਣਾ ਹੈ। ਉਹਦਾ ਰਹਿਣ ਸਹਿਣ, ਤੁਰਨ ਫਿਰਨ, ਜ਼ਿੰਦਗੀ ਜਿਉਣ ਦਾ ਸਲੀਕਾ ਕੀ ਆ, ਇਹ ਉਹਦੇ ਉੱਠਣ ਬੈਠਣ ਚੋਂ ਪਤਾ ਲੱਗਣਾ। ਸਾਨੂੰ ਸਾਡੇ ਸਤਿਗੁਰੂ ਜੀ ਸਿਖਾਉਂਦੇ, ਬੰਦਿਆ ਆਪਣੀ ਜ਼ਿੰਦਗੀ ਦਾ ਟਾਈਮ ਟੇਬਲ ਬਣਾ। ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਤੂੰ ਆਪਣੇ ਦਿਨ 'ਚ ਕਰਨਾ ਕੀ ਹੈ? ਤੂੰ ਆਪਣੇ ਘਰ ਦੇ ਕਿੰਨਾ ਟਾਈਮ ਪੜ੍ਹਨਾ ਹੈ, ਕਿੰਨਾ ਟਾਈਮ ਲਿਖਣਾ ਹੈ, ਕਿੰਨਾ ਟਾਈਮ ਤੂੰ ਕੀ ਕਰਨਾ ਹੈ, ਹਰ ਇੱਕ ਚੀਜ਼ ਦਾ ਤੇਰਾ ਟਾਈਮ ਟੇਬਲ ਹੋਵੇ, ਤੇਰੀ ਜ਼ਿੰਦਗੀ ਸਵਰਗ ਬਣ ਜਾਏਗੀ, ਜ਼ਿੰਦਗੀ ਤੇਰੀ ਬੈਕੁੰਠ ਬਣ ਜਾਏਗੀ। ਕਈ ਸਧਾਰਨ ਬੰਦੇ ਵੀ ਆਪਣੇ ਘਰਾਂ 'ਚ ਪਾਠ ਕਰਕੇ, ਗੁਰਬਾਣੀ ਪੜ੍ਹ ਕੇ, ਗੁਰੂ ਦੀ ਸੰਗਤ ਕਰਕੇ ਕੰਮਾਂ ਦੀ ਸ਼ੁਰੂਆਤ ਕਰਦੇ ਆ, ਤੇ ਕਈਆਂ ਘਰਾਂ 'ਚ ਸਭ ਕੁਝ ਖਾਣ ਪੀਣ ਨੂੰ ਹੈਗਾ, ਉਹ ਸਤਿਗੁਰ ਦੀ ਬਾਣੀ ਵਾਲੇ ਬੰਨੇ ਧਿਆਨ ਹੀ ਨਹੀਂ ਕਰਦੇ। ਇਹ ਤਾਂ ਤੁਹਾਡੀ ਆਪਣੀ ਸੋਚ ਦੇ ਹੈ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਰੇ ਜੀ ਨਲਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਂ ਕੋ ਠਾਕੁਰ ਉੱਚਾ ਹੋਈ। ਜਿਹਦਾ ਮਾਲਕ ਇੰਨਾ ਉੱਚਾ ਹੋਵੇ, ਸੋ ਜਨ ਪਰ ਘਰ ਜਾਤ ਨਾ ਸੋਹੀ। ਉਹਦਾ ਪੁੱਤ, ਉਹਦਾ ਸੇਵਕ ਦੂਜੇ ਘਰ ਜਾ ਕੇ ਮੰਗਦਾ ਚੰਗਾ। ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਭਾਈ ਗੁਰਦਾਸ ਜੀ ਪਤਾ ਕੀ ਲਿਖਦੇ ਆ? ਕਹਿੰਦੇ ਹੰਸ ਨਾ ਛੱਡੇ ਮਾਨਸਰ। ਹੰਸ ਬੋਲੋ ਸਾਰੇ, ਹੰਸ ਨਾ ਛੱਡੇ ਮਾਨਸਰ। ਜਿਹੜਾ ਹੰਸ ਵਾ ਨਾ ਉਹ ਮਾਨਸਰੋਵਰ ਨਹੀਂ ਛੱਡਦਾ, ਤੇ ਦੂਜਾ ਬਗਲਾ ਜਿਹੜਾ ਉਹ ਕਰਦਾ। ਬਗਲਾ ਬਹੁਤ ਛੱਪੜ ਫਿਰਿਆ ਵੇ। ਹੰਸ ਮਾਨਸਰੋਵਰ ਨਹੀਂ ਛੱਡਦਾ ਤੇ ਬਗਲਾ ਦੁਨੀਆ ਦਾ ਕੋਈ ਛੱਪੜ ਨਹੀਂ ਛੱਡਦਾ। ਸਿੱਖ ਹੈਗਾ ਹੰਸ, ਮਾਨਸਰੋਵਰ ਹੈਗਾ ਸਾਡਾ ਗੁਰੂ। ਜਿਹੜਾ ਸਿੱਖ ਵਾ ਉਹ ਆਪਣੇ ਗੁਰੂ ਤੋਂ ਬਿਨਾਂ ਕਿਸੇ ਦੂਜੇ ਅੱਗੇ ਮੱਥਾ। ਮੰਨ ਲਓ ਹੁਣ ਇੱਕ ਇਨਸਾਨ ਨੂੰ ਰੋਜ਼ ਆਦਤ ਪਈ ਆ ਕਿ ਮਹਾਰਾਜ ਨੂੰ ਸਵੇਰੇ ਮੁੱਖ ਵਾਕ ਲੈ ਕੇ ਬਾਣੀ ਪੜ੍ਹ ਕੇ ਉਹਨੇ ਆਪਣੇ ਕੰਮ ਦੀ ਸ਼ੁਰੂਆਤ ਕਰਨੀ। ਉਹ ਚਲਾ ਗਿਆ ਰਿਸ਼ਤੇਦਾਰਾਂ ਕੋਲ,
ਉਹ ਰਿਸ਼ਤੇਦਾਰਾਂ ਦੇ ਕੋਲ ਸਵੇਰੇ ਇਸ਼ਨਾਨ ਪਾਣੀ ਕਰਕੇ ਕੀ ਕਰਦਾ ਭਲਾ? ਗੁਰਦੁਆਰੇ ਜਾਂਦਾ। ਉਹ ਅੱਛਾ ਜਿਨ੍ਹਾਂ ਦੇ ਘਰ ਗਿਆ ਉਹ ਨਹੀਂ ਜਾਂਦੇ, ਉਹ ਉੱਠ ਕੇ ਗੁਰਦੁਆਰੇ ਚਲਾ ਗਿਆ। ਹੁਣ ਕਈ ਵਾਰੀ ਰਿਸ਼ਤੇਦਾਰ ਇਦਾਂ ਦੇ ਹੁੰਦੇ ਨਾ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਉਹ ਹੰਸ ਵਾ, ਮਾਨਸਰੋਵਰ ਨਹੀਂ ਛੱਡਦਾ, ਤੇ ਜਿੰਨਾ ਘਰ ਗਿਆ ਉਹਨਾਂ ਨੇ ਕੋਈ ਬਾਬਾ ਨਹੀਂ ਛੱਡਿਆ। ਆਖੋ ਸਤਨਾਮ ਸ੍ਰੀ। ਉਹ ਕਈ ਵਾਰੀ ਆਪਣੇ ਇਲਾਕੇ 'ਚ ਨਹੀਂ ਪੁੱਛਣਗੇ, ਉਹ ਤੁਹਾਡੇ ਇਲਾਕੇ 'ਚ ਬਾਬਾ ਹੈਗਾ? ਆਂਦੇ ਹਾਂਜੀ। ਕਿਹੜਾ? ਕਹਿੰਦੇ ਪੱਥਰੀ ਬਾਹਰ ਕੱਢ ਦਿੰਦਾ। ਲਓ ਜੀ ਕਰ ਲਓ ਗੱਲ। ਉਹ ਆਂਦੇ ਸਾਨੂੰ ਤੇ ਪਤਾ ਨਹੀਂ, ਅਸੀਂ ਤੇ ਆਪਣੀ ਬੇਬੇ ਦਾ ਆਪਰੇਸ਼ਨ ਨਾ ਕਢਾਈ ਆ। ਹਾਂਜੀ। ਆਂਦੇ ਬਾਬਾ ਜੀ ਦਾ ਢਿੱਡ ਤੇ ਹੱਥ ਫੇਰਦਾ ਤੇ ਪੱਥਰੀ ਉਹਦੇ, ਉਹ ਬੋਲੋ ਭਾਈ, ਹੱਥ 'ਚ ਆ ਜਾਂਦੀ ਹੈ। ਅੱਛਾ ਇਦਾਂ ਦੇ ਬਾਬਿਆਂ ਨੇ ਹਸਪੀਟਲ ਡਾਕਟਰ ਸਭ ਫੇਲ ਕਰ ਛੱਡੇ। ਲੋਕ ਜਾਂਦੇ ਆ, ਕੋਈ ਆਂਦਾ ਜੀ ਗੋਡੇ ਬੜੇ ਦੁਖਦੇ ਆ, ਬਾਬੇ ਕੋਲ ਦਵਾਈ ਲੈ ਆਈਏ। ਕੋਈ ਆਂਦਾ ਮੇਰੇ ਮੋਢੇ ਬੜੇ ਦੁਖਦੇ ਆ, ਕੋਈ ਆਂਦਾ ਮੈਨੂੰ ਸ਼ੂਗਰ ਬੜੀ ਆਈ ਰਹਿੰਦੀ ਆ, ਮੈਂ ਉੱਥੋਂ ਦਵਾਈ ਲੈਵਾਂ। ਉਹ ਨਾ ਭਾਈ, ਇਹੋ ਜਿਹੇ ਕੰਮ ਕਰੋ। ਚੰਗਾ ਖਾਓ ਤੁਸੀਂ, ਚੰਗਾ ਪੀਓ ਤੁਸੀਂ, ਸੋਹਣਾ ਭੋਜਨ ਖਾਓ। ਜੇ ਬੰਦਾ ਆਪਣੇ ਘਰ ਵਿੱਚ ਰਹਿ ਕੇ ਥੋੜਾ ਬਹੁਤਾ ਕੰਮ ਆਪ ਕਰਦਾ, ਬਿਮਾਰੀਆਂ ਤੇ ਲਾਗੇ ਆਉਂਦੀਆਂ ਹੀ ਨਹੀਂ। ਪਰ ਸਾਡੇ ਲੋਕ ਤਾਂਤਰਿਕਾਂ, ਬਾਬਿਆਂ, ਜੋਤਸ਼ੀਆਂ ਏਦਾਂ ਲਵੇਰਾ ਨਹੀਂ ਟਿਕਦਾ ਕਿ ਬਾਬੇ ਨੂੰ ਨਾ ਪੁੱਛ ਲਈਏ। ਉਹਨਾਂ ਦਾ ਜਾਂਦਾ ਹੀ ਨਹੀਂ ਲਵੇਰਾ ਕਿਤੇ। ਉਹਨਾਂ ਗਾਜੀ ਛੱਡੇ ਹੋਏ ਪਿੰਡਾਂ 'ਚ 5-5 6-6। ਆਪਣੇ ਕੋਲ 5-5 10-10 ਮੱਝਾਂ, ਭਾਵੇਂ ਦੁੱਧ ਮੁੱਕ ਜਾਂਦਾ, ਉਹਨਾਂ ਦੇ ਕੋਲ ਮੱਝ ਵੀ ਹੈ ਨਹੀਂ, ਕੋਈ ਦੁੱਧ ਮੁੱਕਦਾ ਹੀ ਨਹੀਂ ਸੁੱਖ ਨਾ। ਉਹ ਬੋਲੋ ਭਾਈ, ਅਗਲਿਆਂ ਨੇ ਗਾਜੀ ਰੱਖੇ ਹੋਏ ਨੇ ਪਿੰਡਾਂ ਵਿੱਚ, ਏਦਾਂ ਕਮਾਉਂਦੇ ਆ, ਦੁੱਧ ਸੁੱਖ ਨਾ ਵਾਧੂ। ਆਪਣੇ ਕੋਲ ਮੱਝਾਂ, ਅੱਛਾ ਸ਼ੇਖ ਪਤੇ ਖੀਰਾਂ ਚੜਾ ਕੇ ਵੀ ਫੇਰ ਮੱਝਾਂ ਨਹੀਂ ਮਿਲਦੀਆਂ ਆਪਣੀਆਂ। ਇੱਧਰੋਂ ਵੀ ਜਾਂਦੇ ਹੋਣੇ ਸੁੱਖ ਨਾ, ਖੀਰਾਂ ਲੈ ਕੇ ਜਾਣਗੇ, ਖੀਰਾਂ ਲੈ ਕੇ ਜਾਂਦੇ ਆ, ਫੇਰ ਵੀ ਨਹੀਂ ਮੱਝਾਂ ਮਿਲਦੀਆਂ। ਅੱਛਾ ਸ਼ੇਖ ਪਤੇ ਖੀਰ ਚੜਾ ਕੇ ਵੀ ਫੇਰ ਟੀਕਾ ਲਾ ਕੇ ਚੁੰਦੇ ਆ। ਅੱਛਾ ਟੀਕੇ ਨਾਲ ਨਾ ਗੱਲ ਬਣੇ, ਫਿਰ ਡਾਂਗ ਕੱਢ ਲੈਂਦੇ ਆ। ਅੱਛਾ ਤੁਸੀਂ ਹੁਣ ਮੰਨ ਲਓ ਤੁਸੀਂ ਕਿਸੇ ਬੰਦੇ ਕੋਲੋਂ ਪਾਸਪੋਰਟ ਬਣਾਉਣਾ, ਲਾਇਸੈਂਸ ਬਣਾਉਣਾ, ਉਹ ਕਹਿੰਦਾ ਲੈਣ 'ਚ ਲੱਗੇਗਾ ਤੇ ਇੰਨੇ ਪੈਸੇ, ਮੈਨੂੰ ਪੈਸੇ ਦੇ ਜਾ, ਬਣਿਆ ਬਣਾਤਾ ਮੇਰੇ ਕੋਲ ਲੈ ਜੀ। ਆਪਾਂ ਪੈਸੇ ਦੇ ਆਏ ਉਹਨੂੰ, ਫੇਰ ਲੈਣ 'ਚ ਲੱਗਣ ਦੀ ਲੋੜ ਹੈ ਨਹੀਂ ਨਾ। ਜਦੋਂ ਖੀਰ ਹੀ ਚੜਾਏ ਹੋਣ ਤੇ ਮੱਝ ਮਿਲਣੀ ਚਾਹੀਦੀ ਨਾ। ਹੁਣ ਕਿਉਂ ਲੈਣ 'ਚ ਲੱਗੇ ਜੇ? ਅਗਲੇ ਫੇਰ ਟੀਕਾ ਚੁੱਕਦੇ ਫਿਰਦੇ ਜੇ। ਤੁਹਾਡੇ 'ਚੋਂ ਕਿਹਦਾ ਧੀ ਪੁੱਤ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ, ਉਹ ਦੁੱਧ ਦਾ ਘਰ ਆ, ਉੱਥੇ 400-400 ਗਾਂ ਕਿਸਾਨਾਂ ਦੇ ਫਾਰਮ ਬਣੇ ਹੋਏ ਆ। ਉਹ 35-35 ਲੀਟਰ ਗਾਵਾਂ ਦੁੱਧ ਦਿੰਦੀਆਂ। ਉਹ ਜਦੋਂ ਦੁੱਧ ਦੇਣ ਦਾ ਸਮਾਂ ਆਉਂਦਾ, ਉਹ ਆਪਣੇ ਆਪ ਹੀ ਉਹ ਮਸ਼ੀਨਾਂ ਕੋਲ ਤੁਰੀਆਂ ਆਉਂਦੀਆਂ ਤੇ ਥਣਾ 'ਚੋਂ ਦੁੱਧ ਆਪਣੇ ਆਪ ਵਗਣਾ ਸ਼ੁਰੂ ਹੋ ਜਾਂਦਾ। ਮੈਨੂੰ ਇੱਕ ਵਾਰੀ ਫਾਰਮ ਤੇ ਸਾਡਾ ਇੱਕ ਵੀਰ ਲੈ ਗਿਆ ਤੇ ਮੈਂ ਇਹਨਾਂ ਨੂੰ ਹੱਸ ਕੇ ਕਹਿਣ ਲੱਗ ਪਿਆ, ਮੈਂ ਕਿਹਾ ਇੰਨੀਆਂ ਗਾਵਾਂ ਸੂਈਆਂ ਤੁਹਾਡੀਆਂ, ਫਿਰ ਖੀਰ ਤੇ ਜਹਾਜ਼ 'ਚ ਖੜਦੇ ਹੋਗੇ ਸ਼ੇਖ ਪਤੇ? ਉਹ ਆਂਦੇ ਸਾਡਿਆਂ ਨੂੰ ਤੇ ਜਵਾਕਾਂ ਨੂੰ ਸ਼ੇਖ ਪਤੇ ਦਾ ਪਤਾ ਹੀ ਨਹੀਂ। ਮੈਂ ਕਿਹਾ ਤੁਹਾਡੀਆਂ 35-35 ਲੀਟਰ ਦਿੰਦੀਆਂ, ਤੁਹਾਨੂੰ ਸ਼ੇਖ ਪਤੇ ਦਾ ਪਤਾ ਨਹੀਂ? ਅਸੀਂ ਸ਼ੇਖ ਪਤੇ ਚੜਾ ਕੇ ਵੀ ਫੇਰ ਡਾਂਗਾ ਨਾ ਚੋਨੇ ਆ, ਫੇਰ ਵੀ ਨਹੀਂ ਮਿਲਦੀਆਂ। ਉਹ ਜਵਾਕਾਂ ਨੂੰ ਖਵਾਓ। ਅੱਛਾ ਜੇ ਜਿਹਨੂੰ ਕੋਈ ਭਰਮ ਵੀ ਆ ਨਾ, ਖੀਰ ਬਣਾ ਕੇ ਨਾ, ਜਿਹੜਾ ਤੁਹਾਡੀਆਂ ਮੱਝਾਂ ਗਾਵਾਂ ਨੂੰ ਪੱਠੇ ਪਾਉਂਦਾ, ਖੀਰ ਬਣਾ ਲਓ, ਉਹਨੂੰ ਡੋਣੀ ਭਰ ਕੇ ਦੇ ਵੀ ਜਾ ਆਪਣੇ ਜਵਾਕਾਂ ਨੂੰ ਖਵਾ ਜਾ ਕੇ। ਅਸੀਂ ਕਬਰਾਂ ਤੇ ਚੜਾਉਂਦੇ ਪਏ ਆ ਜੀ। ਗੁਰਦੁਆਰੇ ਖੀਰ ਬਣਾ ਕੇ ਲਿਆਓ, ਆਪਣੇ ਗਲੀ ਮਹੱਲੇ 'ਚ ਵੰਡਦੇ ਜੇ, ਬਹੁਤੀ ਗੱਲ ਹੈ। ਏਦਾਂ ਦੇ ਵਹਿਮ ਸਾਡੇ ਦਿਮਾਗ ਵਿੱਚ ਪਾਏ ਹੋਏ ਆ। ਅਸੀਂ ਕਿੱਧਰ ਬੈਠੇ ਆ? ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ। ਕਈ ਵਾਰੀ ਤਾਂ ਸਿੱਖ ਤੇ ਤਰਸ ਆਉਂਦਾ ਪਿਆ। ਕੜੇ ਦੇ ਨਾਲ 15-15 ਧਾਗੇ ਬੱਧੇ ਆ, ਗਿੱਟੇ ਨਾਲ ਲਾਲ ਧਾਗਾ ਬੱਧਾ, ਗਿੱਟੇ ਨਾਲ ਕਾਲਾ ਧਾਗਾ ਬੱਧਾ। ਅਸੀਂ ਹੈ ਕੀ ਆ? ਸਵਾਲ ਨਹੀਂ ਪੈਦਾ ਹੁੰਦਾ ਕਈ ਵਾਰੀ। ਹੰਸ ਨਾ ਛੱਡੇ ਮਾਨਸਰ, ਬਗਲਾ ਬਹੁਤ ਛੱਪੜ ਫਿਰ ਆਵੇ। ਹੰਸ ਮਾਨ ਸਰੋਵਰ ਨਹੀਂ ਛੱਡਦਾ ਤੇ ਬਗਲਾ ਦੁਨੀਆ ਦਾ ਕੋਈ। ਹੁਣ ਵੇਖੋ ਭਲਾ, ਆਪਾਂ ਬਗਲੇ ਬਣਨਾ ਕਿ ਹੰਸ? ਉੱਚੀ ਬੋਲ ਕੇ ਦੱਸਿਓ ਹੁਣ। ਬਿਲੋ ਆਵਾਜ਼ ਢਿੱਲੀ ਹੋ ਗਈ। ਹੰਸ ਬਣਨਾ ਤੇ ਹੰਸ ਫਿਰ ਕੀ ਕਰਦਾ? ਮਾਨ ਸਰੋਵਰ ਨਹੀਂ ਛੱਡਦਾ। ਤੇ ਅੱਜ ਤੋਂ ਬਾਅਦ ਇੱਕ ਪ੍ਰਣ ਕਰ ਲਓ, ਕਮਿਟਮੈਂਟ ਕਰ ਲਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ। ਫਤਿਹ ਬੁਲਾਓ ਗੱਜ ਕੇ, ਆਗੇ ਆਵੇ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਓ। ਫਤਿਹ ਬੁਲਾਵੋ ਗੱਜ ਕੇ। ਹਾਂ, ਨਾਲੇ ਅਗਲਿਆਂ ਨੂੰ ਪਤਾ ਲੱਗ ਜੂ ਵੀ ਇਹ ਦੀਵਾਨ ਲਾਉਂਦੇ ਭਾਈ, ਹੁਣ ਇਹ ਫਤਿਹ ਬੁਲਾਉਣ ਲੱਗ ਪਏ ਆ। ਫਤਿਹ ਕਿਦਾਂ ਦੀ ਚੀਜ਼ ਆ, ਇਹ ਸੱਸ ਵੀ ਨੂੰਹ ਨੂੰ ਬੁਲਾ ਸਕਦੀ ਆ ਤੇ ਨੂੰਹ ਵੀ ਸੱਸ ਨੂੰ ਬੁਲਾ ਸਕਦੀ ਆ। ਸਹੁਰਾ ਵੀ ਜਵਾਈ ਨੂੰ, ਜਵਾਈ ਵੀ ਸਹੁਰੇ ਨੂੰ ਬੁਲਾ ਸਕਦਾ। ਤੇ ਗੋਡੀਆਂ ਹੱਥ ਤਾਂ ਸੇਵਾਦਾਰ ਨੂੰ ਲਾਉਣਾ ਪਊਗਾ ਨਾ, ਗੋਡੀਆਂ ਹੱਥ ਤਾਂ ਨੂੰਹ ਨੂੰ ਲਾਉਣਾ ਪੈਣਾ ਸੱਸ ਦੇ ਸਵੇਰੇ ਉੱਠ ਕੇ।
ਤੇ ਜਿੱਦਣ ਕਿਤੇ ਵਿਚਾਰੀ ਨਾ ਆਪ ਠੀਕ ਨਾ ਹੋਈ, ਉਹਨੇ ਨਾ ਲਾਇਆ, ਉਦੋਂ ਹੀ ਸੱਸ ਦੇ ਦਿਮਾਗ ਚ ਆਣਾ ਕੱਲ ਕੁੜਮਣੀ ਆਈ ਸੀ, ਫੂਕ ਮਾਰ ਗਈ ਹੋਣੀ ਕੰਨ ਚ ਇਹਦੇ। ਹਾਂਜੀ, ਇਹ ਦੇਹਧਾਰੀ ਪ੍ਰਥਾ ਤੇ ਘਰ ਘਰ ਸ਼ੁਰੂ ਹੋਈ ਪਈ ਆ। ਤੇ ਕਿੰਨਾ ਚੰਗਾ, ਮੈਂ ਸੈਂਕੜੇ ਵਾਰੀ ਐਗਜ਼ਾਮਪਲ ਦਿੱਤੀ ਆ, ਮੇਰੇ ਬਜ਼ੁਰਗ ਵੀ ਬੈਠੇ ਆ, ਮੇਰੀਆਂ ਮਾਵਾਂ ਬੈਠੀਆਂ। ਧੀ ਪੇਕੇ ਘਰ ਮਾਂ ਦੇ ਤੇ ਪਿਓ ਦੇ ਗੋਡੀਆਂ ਹੱਥ ਲਾਉਂਦੀ ਹੈ, ਬੋਲ ਕੇ ਦੱਸਿਓ ਹੁਣ। ਨਹੀਂ ਲਾਉਂਦੀ? ਤੇ ਫਿਰ ਜਦੋਂ ਸੱਸ ਦੇ ਲਾਉਂਦੀ ਤਾਂ ਮਤਲਬ ਸੱਸ ਨੂੰਹ ਨੂੰ ਆਪਣੀ ਧੀ ਸਮਝਦੀ ਨਹੀਂ ਨਾ। ਉਹ ਬੋਲੋ ਭਾਈ, ਜਦੋਂ ਨੂੰਹ ਸਹੁਰੇ ਦੇ ਗੋਡੀਆਂ ਹੱਥ ਲਾਉਂਦੀ ਤਾਂ ਮਤਲਬ ਨੂੰਹ ਚ ਉਹਨੇ ਆਪਣੀ ਧੀ ਨਹੀਂ ਵੇਖੀ। ਜਿੱਦਣ ਤੁਹਾਡੇ ਅੰਦਰ ਇਹ ਫੀਲਿੰਗ ਆ ਗਈ ਅਸਲੀ ਧੀ ਮੇਰੀ ਇਹ ਆ, ਜਿਹੜੀ ਮੇਰੀ ਧੀ ਆ, ਇਹ ਹੁਣ ਅਗਲੇ ਪਰਿਵਾਰ ਦੀ ਧੀ ਬਣਨੀ ਹੈ ਜਾ ਕੇ। ਕਦੀ ਤਲਾਕ ਹੋਣੀ ਨਹੀਂ ਆ ਸਾਡੇ ਘਰਾਂ 'ਚ, ਲੜਾਈਆਂ ਕਦੀ ਪੈਣੀਆਂ ਹੀ ਨਹੀਂ ਆ। 100 ਬਰਾਤੀ ਖੜਦੇ ਆ, ਲਾਵਾਂ ਜਦੋਂ ਹੁੰਦੀਆਂ ਉਦੋਂ 15 ਬੰਦੇ ਨਹੀਂ ਲਾਗੇ ਬਹਿਣ ਨੂੰ ਤਿਆਰ। 15 ਬੰਦੇ, ਉਹ ਵੀ ਮੈਂ ਜ਼ਿਆਦੇ ਕਹਤੇ ਆ, ਉਹ ਵੀ ਇੱਕ ਦਿਨ ਨੂੰ ਕਹਿਣਗੇ ਤੂੰ ਨਹੀਂ ਲਾਵਾਂ ਜਾ, ਮੇਰਾ ਉੱਥੇ ਕੀ ਕੰਮ, ਕਹਿੰਦਾ ਉਹ ਬੋਲੋ, ਉਹਨੂੰ ਆਂਦੇ ਤੂੰ ਵੀ ਚੱਲ ਲਾਵਾਂ ਤੇ, ਉਹਦਾ ਮੈਨੂੰ ਮੇਰਾ ਉੱਥੇ ਕੀ ਕੰਮ ਆ। ਤੇ ਉਹਨੂੰ ਅੱਗੇ ਪੁੱਛੋ ਵੀ ਇੱਥੇ ਵੀ ਤੇਰਾ ਕੋਈ ਕੰਮ ਨਹੀਂ ਹੈਗਾ, ਵੀ ਖਾ ਕੇ ਮਰਨਾ ਹੀ ਆ, ਵੀ ਜਿੰਨੇ ਸਟਾਲ ਅਗਲੇ ਲਾਏ ਤੇਰਾ ਪਟਾਕਾ ਪੈ ਜਾਣਾ ਸ਼ਾਮ ਤੱਕ। ਹਾਂਜੀ, ਉਹ ਬੋਲੋ ਭਾਈ, ਜੇ ਗਲਤ ਹੈ ਕਿ ਨਹੀਂ? ਘਰ ਦਾ ਦਾਲ ਪ੍ਰਸ਼ਾਦਾ ਛਕਿਆ ਹੋਵੇ ਬੰਦਾ ਬਿਮਾਰ ਨਹੀਂ ਹੁੰਦਾ। ਪੈਲਸ 'ਚੋਂ ਬੰਦਾ ਇੱਕ ਵਾਰੀ ਵਿਆਹ ਸ਼ਾਦੀ ਵੇਖ ਆਵੇ ਨਾ, ਰਾਤ ਨੂੰ ਆਣ ਕੇ ਸੌਂ ਜਾਂਦਾ ਭਲਾ। ਪੈਲਸ ਵਿੱਚੋਂ ਬੰਦਾ ਰੋਟੀ ਪਾਣੀ ਨੂੰ ਖਾ ਕੇ ਆਉਂਦਾ, ਘਰ ਆਣ ਕੇ ਸੌਂ ਜਾਂਦਾ ਭਲਾ। ਸਾਡਾ ਵੀ ਖੇਤੀਬਾੜੀ ਦਾ ਕੰਮ ਹੈ। ਸਾਡੇ ਮੱਝ ਹੁੰਦੀ ਸੀ ਇੱਕ ਵੱਡੀ, ਉਹਨੇ ਦਿਨੇ ਸਟਾਲਾ ਵੱਧ ਖਾਈ ਜਾਣਾ, ਰਾਤ ਨੂੰ ਸੌਣਾ ਨਾ, ਫਿਰ ਫੂਕਾਂ ਮਾਰਨੀਆਂ। ਸਾਡੇ ਬਜ਼ੁਰਗਾਂ ਨੇ ਸੋਟਾ ਮਾਰਨਾ ਵੀ ਦਿਨੇ ਖਾਣ ਲੱਗੀ ਵੇਖ ਲਿਆ ਕਰ, ਵੀ ਉਦੋਂ ਸਟਾਲਾ ਰਿਹਾ ਵੇਖ ਵੇਖ ਕੇ ਖਾਈ ਗਈ। ਉਹ ਫਿਰ ਰਾਤ ਨੂੰ ਕਈਆਂ ਉਹਨੂੰ ਫਿਰ ਬੁਰਾ ਹਾਲ ਹੋ ਜਾਂਦਾ, ਸਵੇਰੇ ਗਿੱਚੀ ਦੁਖਦੀ ਮੇਰੀ, ਦੁਖਣੀ ਭਾਈ, ਤੂੰ ਤੇ ਹੁੰਜਾ ਮਾਰ ਮਾਰ ਕੇ ਆਣਾ ਸੀ, ਆਹ ਸਟਾਲ ਤੇ ਨਹੀਂ ਗਿਆ ਤੂੰ, ਵੀ ਸਹੁੰ ਖਾਦੀ ਸੀ। ਉਹ ਭਾਈ ਘਰ ਆਪਣਾ, ਢਿੱਡ ਆਪਣਾ, ਪੈਸੇ ਆਪਣੇ, ਪਰ ਬੰਦੇ ਦੇ ਦਿਮਾਗ 'ਚ ਇਹ ਹੁੰਦਾ ਨਾ 2100 ਸਗਨ ਪਾਇਆ, 1800 ਦਾ ਖਾ ਕੇ ਜਾਣਾ। ਭਾਵੇਂ ਅਗਲੇ ਦਿਨ ਮੁੜ ਕੇ ਟੈਸਟ ਲਿਖ ਕੇ ਦੇਵੇ ਡਾਕਟਰ, ਵੀ ਸਾਰੇ ਟੈਸਟ ਹੋਣੇ ਤੇਰਾ BP ਵੀ ਚੈੱਕ ਹੋਣਾ, ਤੇਰਾ ਕੋਲੈਸਟਰੋਲ ਵੀ ਚੈੱਕ ਹੋਣਾ, ਤੇਰੀ ਸ਼ੂਗਰ ਵੀ ਚੈੱਕ ਹੋਣੀ, ਉੱਥੇ ਭਾਵੇਂ 3000 4000 ਫੇਰ ਦੇ ਕੇ ਆਵੇ। ਸਿਆਣੇ ਬਣ ਜਾਈਏ। ਸਾਦੇ ਸਿੰਪਲ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਸਿੱਖ ਸਕਦੇ ਹਾਂ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ, ਵਿਚਾਰਾਂਗੇ। ਨੌਜਵਾਨੋ ਇੱਕ ਤਹਈਆ ਕਰ ਲਓ ਕਿ ਬਿਨਾਂ ਗਾਉਣ ਵਾਲੀ ਤੋਂ, ਬਿਨਾਂ ਨਸ਼ੇ ਤੋਂ ਮੈਂ ਆਪਣੇ ਪੁੱਤਰ ਧੀ ਦਾ ਤੇ ਆਪਣਾ ਆਨੰਦ ਕਾਰਜ ਕਰਨਾ। ਪੈਸਾ ਤੁਹਾਡਾ ਬਚਣਾ ਤੇ ਸੋਭਾ ਜੱਗ ਨੇ ਕਰਨੀ ਹੈ। ਪੈਸਾ ਕਿਹਦਾ ਬਚਣਾ ਤੇ ਸੋਭਾ ਇੱਕ ਦੋ ਕਹਿਣਗੇ ਵਿੱਚੋਂ ਰਿਸ਼ਤੇਦਾਰ, ਉਹਨਾਂ ਦੀ ਕੋਈ ਪਰਵਾਹ ਨਹੀਂ, ਪਰ ਜਦੋਂ ਤੁਸੀਂ ਸੱਚ ਦੇ ਤੁਰੋਗੇ ਜ਼ਿੰਦਗੀ ਦਾ ਸਵਾਦ ਆਊ। ਹੰਸ ਨਾ ਛੱਡੇ ਮਾਨਸਰ, ਬਗਲਾ ਬਹੁ ਛੱਪੜ ਫਿਰੇ ਆਵੇ, ਕੋਇਲ ਬੋਲੇ ਅੰਬ ਵਣ। ਜਿਹੜੀ ਕੋਇਲ ਆ ਨਾ, ਉਹ ਅੰਬ ਦੇ ਪੌਦੇ ਤੇ ਬੋਲਦੀ ਆ। ਅੰਬਾਂ ਦੇ ਜਦੋਂ ਸੰਘਣੇ ਅੰਬ ਹੁੰਦੇ ਨਾ, ਉਹ ਤੇ ਕੋਇਲ ਬੋਲਦੀ ਚੰਗੀ ਲੱਗਦੀ ਹੈ। ਅੱਛਾ, ਕੋਇਲ ਅੰਬ ਨਹੀਂ ਛੱਡਦੀ ਤੇ ਕਾਂ ਕੋਈ ਬਨੇਰਾ ਨਹੀਂ ਛੱਡਦਾ। ਹੁਣ ਦੱਸੋ ਆਪਾਂ ਕੋਇਲ ਬਣਨਾ ਕਿ ਕਾਂ? ਬੋਲ ਕੇ ਦੱਸਿਓ ਜੀ। ਪਹਿਲੀ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ ਹੰਸ ਬਣਨਾ ਕਿ ਬਗਲਾ? ਆਪਾਂ ਕੀ ਆਖਿਆ ਸੀ? ਹੁਣ ਵੇਖ ਲਓ, ਤੁਸੀਂ ਕਮਿਟਮੈਂਟ ਕਰ ਰਹੇ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਤੇ ਜੇ ਕੱਲ ਨੂੰ ਫੇਰ ਜਾ ਕੇ ਛੱਪੜ ਤੇ ਡਿੱਗ ਪਏ ਨਾ, ਉਹ ਬੋਲੋ ਭਾਈ, ਤੇ ਛੱਪੜ ਕੀ ਭਲਾ? ਡੇਰੇ, ਦੇਹਧਾਰੀ ਬਾਬੇ, ਧਾਗੇ, ਸੀਸੀਆਂ ਫੜੀਆਂ ਹੁੰਦੀਆਂ ਏਦਾਂ ਏਦਾਂ, ਦੀਵੇ ਫੜੇ ਹੁੰਦੇ ਵੀਰਵਾਰ। ਕਿੱਥੇ ਚੱਲੇ ਆ ਜੀ? ਦੀਵਾ ਜਗਾਉਣ ਚੱਲੇ ਆ। ਹਾਂਜੀ, ਕਿੱਥੇ ਚੱਲੇ ਆ ਜੀ? ਦੀਵਾ ਜਗਾਉਣ ਚੱਲੇ ਆ ਜੀ। ਬੜੇ ਦੀਵੇ, ਜਿੰਨਾ ਅਸੀਂ ਕਬਰਾਂ ਤੇ ਤੇਲ ਫੂਕਤਾ ਨਾ, ਮੈਨੂੰ ਲੱਗਦਾ ਪੰਜਾਬ 'ਚ ਕੋਈ ਪਿੰਡ ਨਹੀਂ ਹੋਣਾ ਜਿਹਦੀ ਪਿੰਡ ਦੀ ਇੱਕ ਅੱਧੀ ਕੋਈ ਇਦਾਂ ਦੀ ਜਗ੍ਹਾ ਨਾ ਹੋਵੇ। ਜਿੰਨਾ ਅਸੀਂ ਤੇਲ ਫੂਕਤਾ, ਜੇ ਸਾਰਾ ਤੇਲ ਆਪਾਂ ਇਕੱਠਾ ਕਰ ਲਈਏ ਨਾ, ਮੈਨੂੰ ਲੱਗਦਾ ਨਦੀ ਬਣ ਸਕਦੀ ਇੱਕ ਤੇਲ ਦੀ ਪੂਰੀ। ਜਿੰਨਾ ਆਪਾਂ ਰਾਜਸਥਾਨ, ਦੂਜੀਆਂ ਸਟੇਟਾਂ ਆਪਣੇ ਕੋਲ ਪਾਣੀ ਲਈ ਜਾਂਦਾ ਨਾ, ਇੱਕ ਨਹਿਰ ਆਪਣੀ ਤੇਲ ਦੀ ਹੋਊ। ਖੁਸ਼ਕੀ ਨਾ ਮਰ ਗਏ ਆਪਾਂ, ਤੇਲ ਫੂਕੀ ਜਾਂਦੇ ਆਪਾਂ ਨਾ। ਉਹ ਬੋਲੋ ਭਾਈ, ਕਿੰਨਾ ਤੇਲ ਫੂਕਦੇ? ਘੱਟ ਤੋਂ ਥੋੜੇ ਤੋਂ ਥੋੜਾ ਵੀ ਬੰਦਾ ਖੜਦਾ, 2-4 ਚਮਚੇ ਤੇ ਖੜਦੇ ਆ ਕਿ ਨਹੀਂ? ਕਿੰਨਾ ਮੜੀਆਂ ਤੇ ਲੈ ਗਏ ਤੇਲ। ਹੁਣ ਮੈਂ ਅੱਛਾ ਕਹਿਣਗੇ ਬਾਬੇ ਸ਼ਕਤੀ ਬੜੀ, 25 ਸਾਲ ਹੋ ਗਏ ਮੈਨੂੰ ਇਦਾਂ ਬੋਲਦਿਆਂ ਨੂੰ। ਜੇ ਕਿਸੇ ਬਾਬੇ ਨੇ ਇਦਾਂ ਕਰਨਾ ਹੋਵੇ, ਮੈਨੂੰ ਤਾਂ ਦੰਦਲ ਪਾ ਦੇ ਸਟੇਜ ਤੇ ਬੈਠੇ ਨੂੰ। ਹਾਂਜੀ, ਉਹ ਕਹੇ ਵੀ ਤੂੰ ਮੇਰਾ ਕਾਰੋਬਾਰ ਬੰਦ ਕਰਦਾ ਪਿਆ।
ਸ਼ਕਤੀ ਇਦਾਂ ਕਰਨਗੇ, ਬੜੀ ਜਾਰੀ ਜਗ੍ਹਾ ਇਦਾਂ ਕਰਨਗੇ। ਉਹ ਅੱਛਾ ਏਜੰਟ ਏਡੇ ਰੱਖੇ ਉਹਨਾਂ ਨੇ ਤਗੜੇ, ਜਿਨ੍ਹਾਂ ਨੂੰ ਕੱਖ ਨਹੀਂ ਆਉਂਦਾ, ਜਿਹੜੇ ਆ ਸੰਸਕਾਰ ਵੇਲੇ ਘੜੇ ਬਣਾਈ ਜਾਂਦੇ ਤੜਕੇ ਤਗੜੇ ਹੋ ਕੇ, ਇਦਾਂ ਦੇ ਏਜੰਟ ਰੱਖੇ ਹੁੰਦੇ। ਜਗ੍ਹਾ ਬੜੀ ਜਾਰੀ ਆ ਵੀ। ਅਸੀਂ ਇੱਕ ਵਾਰੀ ਦੀਵਾਨ ਚ ਗਏ, ਸਾਡੀ ਮੱਝ ਨਹੀਂ ਮਿਲੀ। ਭੁੱਖੀ ਨੇ ਕਿੱਥੋਂ ਮਿਲਣਾ, ਤੁਸੀਂ ਡੇਰੇ ਜਾ ਵੜੇ। ਲਿਆ ਕੇ ਮੰਡੀ ਚ ਉਹਦੀ ਜਾਨ ਨੂੰ ਰੋਈ ਜਾਂਦੀ ਆ। ਮੱਝਾਂ ਲਿਆ ਕੇ ਉਹਨੂੰ ਸੇਵਾ ਕਰਨੀ ਪੈਣੀ ਆ, ਉਹਨੂੰ ਪੱਠੇ ਪਾਉਣੇ ਪੈਣੇ ਆ, ਗਤਾਵਾ ਕਰਨਾ ਪੈਣਾ। ਜੇ ਤੁਹਾਡੇ ਪੱਠੇ ਮੁੱਕ ਵੀ ਗਏ ਆ, ਖਲ ਪਾਓ, ਤੂੜੀ ਮਾੜੀ ਜੀ ਗਿੱਲੀ ਕਰਕੇ ਵਿੱਚ ਆਟਾ ਮਸਲ ਦੋ, ਖਾ ਲੂਗੀ ਉਹ। ਮੱਝਾਂ ਨੂੰ ਰਜਾਉਣ ਦੇ ਕਈ ਤਰੀਕੇ ਹੁੰਦੇ ਨੇ। ਖੁਰਲੀ ਚ ਬੰਦਾ, ਬਜ਼ੁਰਗਾਂ ਨੂੰ ਪਤਾ, ਮੇਰਾ ਵੀ ਖੇਤੀਬਾੜੀ ਦਾ ਕੰਮ ਹੈ, ਖੁਰਲੀ ਚ ਹੱਥ ਹੀ ਮਾਰ ਦੋ ਨਾ, ਡੰਗਰ ਨੂੰ ਇਹ ਲੱਗਦਾ ਕੁਝ ਪਾ ਗਿਆ, ਉਹਨੇ ਚਿਰ ਨੂੰ 2-4 ਬੁਰਕ ਮਾਰ ਜਾਂਦੀ ਆ। ਹੁਣ ਪੱਠੇ ਪਾ ਕੇ ਚਿੱਟਾ ਕੁੜਤਾ ਪਜਾਮਾ ਪਾਇਆ, ਉਹਦੇ ਲਾਗੇ ਜਾਣਾ, ਮੱਝ ਕਿੱਥੋਂ ਮਿਲ ਪੂ? ਇੱਥੋਂ ਸਮੱਸਿਆ, ਅਸੀਂ ਕੰਮ ਛੱਡ ਬੈਠੇ ਆ। ਅਸੀਂ ਆਪਣੇ ਨਿੱਕੇ ਮੋਟੇ ਵੀ ਕੰਮ ਆਪਣੇ ਹੱਥੋਂ ਤਿਆਗ ਦਿੱਤੇ ਸੀ, ਕਹਿੰਦੇ ਸ਼ਾਇਦ ਏਦਾਂ ਸਾਰਾ ਕੁਝ ਵਾਪਰ ਜਾਣਾ। ਜਿੱਦਣ ਸਾਨੂੰ ਆਪਣੇ ਘਰਾਂ 'ਚ ਨਿੱਕੇ ਨਿੱਕੇ ਕੰਮ ਵੀ ਆਪਣੇ ਹੱਥੀਂ ਕਰਨੇ ਆ ਗਏ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਹਰ ਕੰਮ ਨੂੰ ਆਪਣੀ ਜ਼ਿੰਦਗੀ 'ਚ ਆਪ ਕਰੋ। ਇਹੋ ਪਾਤਸ਼ਾਹ ਦੀ ਬਾਣੀ ਸਿਖਾਉਂਦੀ। ਇੱਥੇ ਹੁਣ ਕਿੱਡਾ ਪਿਆਰਾ ਵਾਕ ਹੈ ਭਾਈ ਗੁਰਦਾਸ ਜੀ ਦਾ ਕਿ ਹੰਸ ਨਾ ਛੱਡੇ ਮਾਨਸਰ, ਬਗਲਾ ਬਹੁ ਛੱਪੜ ਫਿਰ ਆਵੇ, ਕੋਇਲ ਬੋਲੇ ਅੰਬ ਵਣ ਵਣ ਵਣ, ਕਾਉ ਕੁਥਾਉ ਸਿਖਾਵੇ, ਵਗ ਨਾ ਹੋਣ ਕੁੱਤੀਆਂ। ਕੁੱਤੀਆਂ ਦੇ ਵਗ ਨਹੀਂ ਹੁੰਦੇ, ਗਾਵਾਂ ਦੇ ਵਗ ਹੁੰਦੇ ਆ। ਤੇ ਗਾਈਆਂ ਗੋ ਰਸ ਵੰਸ ਵਧਾਵੇ, ਗਾਵਾਂ ਫਿਰ ਇਦਾਂ ਦੁੱਧ ਤੇ ਦਹੀਂ ਨਾਲ ਤੇ ਵੰਸ ਵੀ ਵਧਾਉਂਦੀਆਂ ਵਾ। ਇਹ ਗਾਵਾਂ ਦੀ ਗੱਲ ਹੋ ਰਹੀ ਆ। ਫਿਰ ਇਸ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ, ਸਫਲ ਬ੍ਰਿਖ ਨਿਹਚਲ ਮਤੀ, ਨੇਫਲ ਮਾਨਸ ਦਹਿ ਦਸਤਾਵੇ। ਜਿਹੜੇ ਦਰਖਤ ਦੀਆਂ ਜੜ੍ਹਾਂ ਧਰਤੀ ਨਾਲ ਲੱਗੀਆਂ ਰਹਿੰਦੀਆਂ, ਉਹਨੂੰ ਹੀ ਫਲ ਲੱਗਦੇ ਆ, ਤੇ ਉਹਨੂੰ ਹੀ ਫੁੱਲ ਲੱਗਦੇ ਆ, ਤੇ ਉਹਦੀ ਲੱਕੜ ਕੰਮ ਆਉਂਦੀ ਆ, ਉਹਦੀ ਲੋਕ ਛਾਵੇਂ ਬਹਿੰਦੇ ਆ। ਜਿਹੜਾ ਦਰਖਤ ਧਰਤੀ ਨਾਲ ਜੁੜਿਆ ਰਹਿੰਦਾ, ਜਿਹੜਾ ਸਿੱਖ ਆਪਣੇ ਗੁਰੂ ਨਾਲ ਜੁੜਿਆ ਰਹਿੰਦਾ, ਉਹਦਾ ਹੀ ਜੀਵਨ ਸਫਲਾ ਹੁੰਦਾ। ਜਿਹੜਾ ਇੱਧਰ ਉੱਧਰ ਭੱਜਾ ਫਿਰਦਾ, ਜਿਵੇਂ ਦਰਖਤ, ਤੁਸੀਂ ਦਰਖਤ ਲਾ ਕੇ ਨਾ ਪੌਦਾ ਰੋਜ਼ ਲਾਈ ਜਾਓ, ਇਦਾਂ ਨਰਸਰੀ ਚੋਂ ਪੌਦਾ ਲੈ ਆਓ ਤੇ ਉਹਨੂੰ ਜ਼ਮੀਨ 'ਚ ਲਾ ਕੇ ਨਾ ਉਹਨੂੰ ਰੋਜ਼ ਪਾਣੀ ਪਾਈ ਜਾਓ, ਨਾਲੇ ਲਾਈ ਜਾਓ ਇਦਾਂ। ਕਿਉਂ? ਸਾਹ ਸਮਝੀ ਹਰਿਆ ਹੋ ਜੂ, ਉਹਦੀ ਜੜ ਹੀ ਨਹੀਂ ਲੱਗਣੀ। ਏਦਾਂ ਹੀ ਅੱਜ ਬੰਦੇ ਦੀ ਜੜ ਨਹੀਂ ਲੱਗ ਰਹੀ। ਕਿਉਂ? ਕਿਉਂਕਿ ਟਿਕਾ ਹੀ ਨਹੀਂ। ਅੱਜ ਮੱਥਾ ਉੱਥੇ ਟੇਕਿਆ, ਕੱਲ ਮੱਥਾ ਉੱਥੇ ਟੇਕਿਆ। ਜਿੱਦਣ ਟਿਕਾ ਆ ਗਿਆ, ਜਿਹੜੇ ਦਰਖਤ ਦੀਆਂ ਜੜ੍ਹਾਂ ਧਰਤੀ ਨਾਲ ਜੁੜੀਆਂ ਰਹਿੰਦੀਆਂ, ਉਹਨੂੰ ਫਲ ਵੀ ਲੱਗਦੇ ਆ, ਉਹਨੂੰ ਫੁੱਲ ਵੀ ਲੱਗਦੇ ਆ, ਤੇ ਉਹਦੀ ਲੱਕੜ ਵੀ ਕਿਸੇ ਦੇ ਫਿਰ ਕੰਮ ਆਉਂਦੀ ਆ। ਸਫਲ ਬ੍ਰਿਖ, ਸਫਲ ਬ੍ਰਿਖ ਨਿਹਚਲ ਮਤੀ, ਉਹੋ ਹੀ ਦਰਖਤ ਸਫਲ ਹੁੰਦਾ ਜਿਹੜਾ ਨਿਹਚਲ ਹੋ ਗਿਆ, ਜਿਹਨੇ ਧਰਤੀ ਨਾਲ ਆਪਣੀਆਂ ਜੜ੍ਹਾਂ ਜਮਾ ਲੀਆਂ। ਉਹੋ ਹੀ ਵਿਅਕਤੀ, ਉਹੋ ਹੀ ਸਿੱਖ ਜ਼ਿੰਦਗੀ ਸਫਲ ਹੁੰਦਾ ਜਿਹਦੀਆਂ ਜੜ੍ਹਾਂ ਆਪਣੇ ਗੁਰੂ ਨਾਲ ਜੁੜੀਆਂ ਹੋਈਆਂ। ਮਨ ਤੂੰ ਜੋਤ ਸਰੂਪ ਹੈ ਆਪਣਾ, ਮਨ ਹਰ ਜੀ ਤੇਰੇ ਨਾਲ ਹੈ। ਮਨ, ਸਾਰੇ ਬੋਲੋ, ਮਨ ਹਰ ਜੀ ਤੇਰੇ। ਤੂੰ ਕੱਲਾ ਤੇ ਹੈ ਹੀ ਨਹੀਂ ਆ। ਜਦੋਂ ਤੂੰ ਕੱਲਾ ਹੀ ਹੈ ਨਹੀਂ, ਫਿਰ ਡੋਲਦਾ ਕਿਉਂ ਹੈ? ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੇ ਇਸ ਕਰਕੇ ਕੀ ਗੱਲ ਕਹਿ ਰਹੇ ਨੇ ਭਾਈ ਗੁਰਦਾਸ ਜੀ? ਕਹਿੰਦੇ ਨੇ, ਸਫਲ ਬ੍ਰਿਖ ਨਿਹਚਲ ਮਤੀ, ਨੇਫਲ ਮਾਨਸ ਦਹਿ ਦਸਤਾਵੇ। ਅੱਗ ਤੱਤੀ ਜਲ ਸਿਆਲਾ, ਅੱਗ ਤੱਤੀ, ਅੱਗ ਜਦੋਂ ਬਾਲੀ ਦੀ ਤਾਂ ਨੂੰ ਜਾਂਦੀ ਹੈ, ਤੇ ਪਾਣੀ ਸੁੱਟੀਏ ਤੇ ਉਹ ਠਾਹ ਨੂੰ ਆਉਂਦਾ। ਜਦੋਂ ਤੂੰ ਸਿੱਖ ਬਣ ਗਿਆ, ਤੇਰੇ 'ਚ ਪਾਣੀ ਵਾਲਾ ਗੁਣ ਆ ਜਾਊਗਾ। ਜਦੋਂ ਤੂੰ ਗੁਰੂ ਨਾਲ ਟੁੱਟਾ, ਤੇਰੇ 'ਚੋਂ ਅੱਗ ਵਰਦੀ ਆ। ਤੂੰ ਕਿੰਨੇ ਪਿਆਰੇ ਬਚਨ ਕਹਿ ਕੇ ਸਮਝਾਏ। ਇਹ ਤਾਂ ਜੇ ਤੂੰ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਨਹੀਂ ਜਾਏਗਾ। ਰੇ ਜੀ ਨਲਾਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਉਹ ਮਾਲਕ, ਆਪਣੇ ਮਾਲਕ ਨੂੰ, ਆਪਣੇ ਗੁਰੂ ਨੂੰ ਛੱਡ ਕੇ ਦੂਜੇ ਘਰ ਜਾਂਦਾ ਚੰਗਾ ਨਹੀਂ ਲੱਗਦਾ, ਜਿਹਦਾ ਮਾਲਕ ਏਡਾ ਉੱਚਾ ਹੋਵੇ। ਸੋ ਸਾਹਿਬ ਰਹਿਆ ਭਰਪੂਰ, ਉਹਨੂੰ ਸਮਝ ਆ ਗਈ ਮੇਰਾ ਮਾਲਕ ਉਹ ਹੈ ਜਿਹੜਾ ਸਾਰਿਆਂ ਥਾਵਾਂ ਤੇ ਵਸਦਾ ਹੈ। ਸਦਾ ਸੰਗ ਨਹੀਂ ਹਰ ਦੂਰ, ਉਹ ਸਦਾ ਸੰਗ ਹੈ, ਮੇਰੇ ਤੋਂ ਦੂਰ ਹੈ ਹੀ ਨਹੀਂ। ਕਵਲਾ ਚਰਨ ਸ਼ਰਨ ਹੈ ਜਾ ਕੇ। ਆ ਜਿਹੜੇ ਦੁਨੀਆ ਦੇ ਪਦਾਰਥਾਂ ਦੇ ਮਗਰ ਲੁਕਾਈ ਭੱਜੀ ਫਿਰਦੀ ਹੈ, ਉਹ ਪਦਾਰਥ ਮੇਰੇ ਮਾਲਕ ਦੇ ਚਰਨਾਂ ਦੇ ਵਿੱਚ ਪਏ ਹੋਏ ਨੇ। ਕਵਲਾ ਚਰਨ ਸ਼ਰਨ ਹੈ ਜਾ ਕੇ, ਕਉ ਜਨ ਕਾ ਨਹੀਂ ਘਰ ਤਾਕੇ। ਹੇ ਜਨ, ਆਖ ਕੀ ਨਹੀਂ ਹੈਗਾ ਉਹਦੇ ਘਰ। ਸਭ ਕੋ ਕਹੇ ਜਾਸ ਕੀ ਬਾਤਾ, ਸਾਰੇ ਉਹਦੀਆਂ ਤਾਰੀਫਾਂ ਕਰਦੇ ਆ, ਵਡਿਆਈਆਂ ਕਰਦੇ ਆ। ਸੋ ਸਮਰੱਥ ਨਿਜ ਪਤ ਹੈ ਦਾਤਾ। ਕਹੋ, ਕਹਿੰਦੇ ਨੇ, ਕਹੇ ਕਬੀਰ ਪੂਰਨ ਜਗ ਸੋਈ,
ਜਗਤ ਵਿੱਚ ਪੂਰਨ ਕੌਣ ਹੈ? ਆਪਾਂ ਕਈ ਵਾਰੀ ਬੰਦਾ ਚੜ੍ਹਾਈ ਕਰੇ, ਆਪਾਂ ਕਹਿੰਦੇ ਫਲਾਣਾ ਬੰਦਾ ਪੂਰਾ ਹੋ ਗਿਆ। ਕੀ ਆਨੇ ਭਲਾ ਜੀ? ਆਪਾਂ ਕਈ ਵਾਰੀ ਕਹਿੰਦੇ ਨਾ ਕਿ ਫਲਾਣਾ ਬੰਦਾ ਪੂਰਾ ਹੋ ਗਿਆ। ਧਿਆਨ ਨਾਲ ਸੁਣਿਓ, ਕੀ ਕਹਿੰਦੇ ਜੀ ਭਲਾ? ਆਪਾਂ ਕੋਈ ਬੰਦਾ ਚੜ੍ਹਾਈ ਕਰ ਜੇ, ਕੀ ਕਹਿੰਦੇ ਆਪਾਂ? ਫਲਾਣਾ ਬੰਦਾ ਪੂਰਾ ਹੋ ਗਿਆ। ਸਾਧ ਸੰਗਤ ਜੀ, ਬੰਦਾ ਕਦੀ ਵੀ ਪੂਰਾ ਨਹੀਂ ਹੁੰਦਾ। ਬੰਦੇ ਨੇ ਤੇ ਜਿਉਂਦੇ ਜੀ ਪੂਰੇ ਹੋਣਾ ਹੈ। ਮਰਨ ਤਾਂ ਜਦੋਂ ਮਰਦਾ ਉਹ ਤੇ ਅਧੂਰਾ ਹੀ ਮਰਿਆ। ਉਹਦੇ ਤਾਂ ਕਈ ਕੰਮ ਜੇ ਰਹਿੰਦੇ ਸੀ ਕਰਨ ਵਾਲੇ। ਰਾਤ ਜੁੱਤੀ ਲੈ ਕੇ ਆਇਆ, ਸੂਟ ਸਮਾ ਕੇ ਲਿਆਇਆ, ਸਵੇਰੇ ਮੈਂ ਫਲਾਣੇ ਤਾਂ ਜਾਣਾ, ਉਹਨੂੰ ਤੇ ਪਾਉਣਾ ਨਸੀਬ ਹੀ ਨਹੀਂ ਹੋਇਆ। ਤੁਸੀਂ ਆਨੇ ਪੂਰਾ ਹੋ ਗਿਆ। ਉਹ ਅਧੂਰਾ ਹੀ ਗਿਆ ਹੈ। ਪੂਰਾ ਜਿਉਂਦੇ ਜੀ ਹੋਣਾ ਹੈ। ਕਹੇ ਕਬੀਰ ਪੂਰਨ ਜਗ ਸੋਈ, ਮੈਂ ਜਿਉਂਦੇ ਜੀ ਪੂਰੇ ਹੋਣਾ ਵਾ। ਆਪਾਂ ਏਦਾਂ ਕਹੋ, ਹੇ ਸੱਚਿਆ ਪਾਤਸ਼ਾਹ ਮੈਨੂੰ ਜਿਉਂਦੇ ਜੀ ਪੂਰਾ ਕਰ ਦਿਓ। ਮੈਂ ਮਰਨ ਤੋਂ ਬਾਅਦ ਪੂਰਾ, ਸਾਰੇ ਬੋਲੋ, ਮੈਂ ਮਰਨ ਤੋਂ ਬਾਅਦ ਪੂਰਾ ਨਹੀਂ ਹੋਣਾ ਚਾਹੁੰਦਾ। ਤੇ ਪੂਰਾ ਕਿੱਦਾਂ ਹੋਵਾਂਗਾ? ਜਦੋਂ ਮੈਂ ਆਪਣੇ ਗੁਰੂ ਨਾਲ ਜੁੜਾਂਗਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਆਜਕ ਦੇਵੀ ਗੁਣਾਂ ਨਾਲ ਆਪਣੀ ਜ਼ਿੰਦਗੀ ਨੂੰ ਵਿੱਚ ਲੈ ਕੇ ਚੰਗੇ ਕੰਮ ਕਰਾਂਗਾ, ਜੀਵਨ ਮੁਕੰਮਲ ਹੋਏਗਾ। ਕਹੇ ਕਬੀਰ ਪੂਰਨ ਜਗ ਸੋਈ, ਜਾਂ ਕੇ ਹਿਰਦੈ ਅਵਰ ਨਾ ਹੋਈ। ਪੂਰਾ ਕੌਣ ਹੈ? ਜਿਹਦੇ ਹਿਰਦੇ 'ਚ ਇੱਕ ਮਾਲਕ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹੁਣ ਮਾਰੋ ਧਿਆਨ, ਏਦਾਂ ਕੌਣ ਪੂਰਾ ਹੋਣਾ ਚਾਹੁੰਦਾ ਹੈ ਕਿ ਗੁਰੂ ਤੇਰੇ ਤੋਂ ਬਿਨਾਂ ਮੇਰੇ ਹਿਰਦੇ 'ਚ ਕੋਈ ਦੂਜਾ ਹੈ ਹੀ ਨਹੀਂ, ਮੈਨੂੰ ਏਦਾਂ ਪੂਰਾ ਕਰ ਦਿਓ। ਤੇ ਜੇ ਏਦਾਂ ਪੂਰੇ ਹੋ ਗਏ, ਫਿਰ ਏਦਾਂ ਆਵਾਜ਼ ਆਊਗੀ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਾਰਿਆਂ ਦਾ ਧੰਨਵਾਦ। ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਇਹ 2 ਦਿਨ ਦਾ ਜਿਹੜਾ ਗੁਰਮਤਿ ਸਮਾਗਮ ਸੀ ਉਸ ਵਿੱਚ ਹਾਜ਼ਰੀ ਭਰੀ ਹੈ। ਬਹੁਤ ਸਤਿਕਾਰਯੋਗ ਢਾਡੀ ਜੱਥਾ ਭਾਈ ਸਰੂਪ ਸਿੰਘ ਜੀ ਕਡਿਆਣਾ, ਉਹਨਾਂ ਦੇ ਸਾਥੀ ਪਹੁੰਚ ਚੁੱਕੇ ਨੇ, ਜਿਨ੍ਹਾਂ ਨੇ ਤੁਹਾਨੂੰ ਇਤਿਹਾਸ ਵਾਰਾਂ ਸਰਵਣ ਕਰਾਉਣੀਆਂ ਨੇ। ਇਦਾਂ ਹੀ ਟਿਕਾ ਬਣਾਈ ਰੱਖਿਓ। ਹੱਥ ਜੋੜ ਕੇ ਬੇਨਤੀ ਹੈ, ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਹੈ ਦੁਬਾਰਾ ਕਰ ਦਿੰਦਾ। ਸਹਿਜ ਪਾਠ ਆਪ ਕਰੋ, ਗੁਰਬਾਣੀ ਪੜ੍ਹੋ, ਨਸ਼ਿਆਂ ਦਾ ਤਿਆਗ ਕਰਕੇ ਖੰਡੇ ਦੀ ਪਹੁ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ। ਆਸ ਹੈ ਕਿ ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਇੱਥੋਂ ਦੇ ਸਮੂਹ ਪ੍ਰਬੰਧਕ ਵੀਰ, ਸਮੁੱਚੀਆਂ ਸੰਗਤਾਂ, ਜਿੰਨੇ ਵੀ ਤੁਸੀਂ ਇਸ ਸਮਾਗਮ ਵਿੱਚ ਜੁੜੇ ਹੋ, ਲੰਗਰ ਬਣਾਉਣ ਵਾਲੇ, ਲੰਗਰ ਵਰਤਾਉਣ ਵਾਲੇ, ਜੋੜਿਆਂ ਦੀ ਸੇਵਾ ਕਰਨ ਵਾਲੇ, ਸਾਊਂਡ ਵਾਲੇ ਵੀਰ, ਲਾਈਵ ਸੰਗਤਾਂ ਤੱਕ ਪਹੁੰਚਾਉਣ ਵਾਲੇ ਜਿੰਨੇ ਵੀ ਵੀਰ ਨੇ, ਸਟੇਜ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਾਹਿਬਾਨ, ਜਿੰਨੇ ਵੀ ਸੇਵਾਦਾਰ, ਕਿਉਂਕਿ ਇੱਕ ਟੀਮ ਹੁੰਦੀ ਹੈ, ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ। ਇਹ ਟੀਮ ਦੇ ਨਾਲ ਹੀ ਇਦਾਂ ਦੇ ਸਮਾਗਮ ਨੇਪਰੇ ਚੜ੍ਹਦੇ ਨੇ। ਮਾਲਕ ਸਾਰਿਆਂ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰੇ। ਅਸੀਂ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ। ਇੰਨੇ ਕੀ ਬਚਨ ਪ੍ਰਵਾਨ ਕਰਨੇ। ਵਹਿਮਾਂ ਭਰਮਾਂ ਪਖੰਡਾਂ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਭੁੱਲਾਂ ਮੇਰੀਆਂ, ਬਚਨ ਜੋ ਚੰਗੇ ਲੱਗੇ ਉਹ ਮੇਰੇ ਨਹੀਂ, ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।